श्री नानक पाद पंकज बंदन पाद पंकज बंदन सिमरो अंगद दोख निकंदन अमरदास हृदय नित त्यावो हृदय नित त्यावो श्री गुर रामदास गुण गावो श्री अर्जन बेगनन के नाशक बेगनन के नाशक हर गोबिंद सुबस मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला गुरु गोबिंद सिंह बिसाला तरों तरा पर पुन पुन सीसा जी पुन पुन सीसा बंदों बार बार जगदीसा याम है अमृत ज्ञान है माणिक भगत बैराग श्री गुरु ग्रंथ साहिब उदद बंदों कर अनुराग एकंकारा सतगुरु जे प्रसाद सच होए वाहिगुरु जी की फतेह है बिघन विनाशन सोए वाहिगुरु जी की फतेह है बिघन विनाशन सोए। सतनाम वाहिगुरु साहिब जियो एक दिन गोइंदवाल ते भल्ले कुल गुरदास चलियो हेत दर्शन गुरु और मैं तरे हुलास। परम सन्मानयोग दीन दुनिया दे मालिक हाजरा हजूर जाहरा जहूर सर्ब कला समरथ भगत वत्सल गरीब नवाज सतगुरु साहिब सतगुरु श्री गुरु ग्रंथ साहिब जी महाराज सच्चे पातशाह जी दे तरस सदका
ਆਪਾਂ ਸਾਰੇ ਹੀ ਵੱਡਿਆਂ ਭਾਗਾਂ ਸਦਕਾ ਗੁਰੂ ਚਰਨਾਂ ਵਿੱਚ ਸੰਧਿਆ ਸਮੇਂ ਦੇ ਦੀਵਾਨਾਂ ਅੰਦਰ ਮਿਲ ਜੁੜ ਬੈਠ ਇਕੱਤਰ ਹੋਏ ਹਾਂ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਅੰਮ੍ਰਿਤਮਈ ਮਿੱਠੜੇ ਬੋਲ ਗੁਰੂ ਕੇ ਪਿਆਰਿਆਂ ਪਾਸੋਂ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਗੁਰਮੁਖ ਜਨਾਂ ਪਾਸੋਂ ਆਪਾਂ ਪਿਛਲੇ ਦਿਨਾਂ ਵਿੱਚ ਪ੍ਰਸੰਗ ਸਰਵਣ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੁੰਦੇ ਤਾਂ ਪਹਿਲੀ ਵਾਰ ਭਾਈ ਗੁਰਦਾਸ ਜੀ ਜਦੋਂ ਉਹਨਾਂ ਦੇ ਕੋਲ ਚਰਨ ਪਰਸਨ ਵਾਸਤੇ ਆਉਂਦੇ ਤਾਂ ਉਹਨਾਂ ਦੇ ਅੰਦਰ ਇੱਕ ਆਪ ਹੀ ਪ੍ਰਮਾਤਮਾ ਨੇ ਖਿਆਲ ਪੈਦਾ ਕੀਤਾ ਕਿ ਇਹ ਪੂਰੇ ਗੁਰੂ ਨੇ ਤੇ ਫਿਰ ਇੱਕ ਵਾਰੀ ਪਰਖ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਜਿਨ੍ਹਾਂ ਦੀ ਪਰਖ ਨਹੀਂ ਹੁੰਦੀ ਆਪਣੇ ਗੁਰੂ ਪ੍ਰਤੀ ਉਹ ਫਿਰ ਮਟੀਆਂ ਨੂੰ ਵੀ ਮੱਥੇ ਟੇਕਦੇ, ਜਾਨਵਰਾਂ ਨੂੰ ਵੀ ਮੱਥੇ ਟੇਕਦੇ, ਦਰਖਤਾਂ ਨੂੰ ਵੀ ਮੱਥੇ ਟੇਕਦੇ, ਉਹ ਚੋਰਾਂ ਚਪਾਕਿਆਂ ਨੂੰ ਵੀ ਆਪਣਾ ਗੁਰੂ ਮੰਨ ਲੈਂਦੇ ਨੇ। ਜ਼ਿੰਦਗੀ ਵਿੱਚ ਪਰਖ ਜ਼ਰੂਰ ਹੋਣੀ ਚਾਹੀਦੀ। ਉਹ ਪਰਖ ਕਰਨ ਵਾਸਤੇ ਚੱਲੇ ਦਿਲਾਂ ਦੇ ਜਾਣਨਹਾਰ ਗਰੀਬ ਨਵਾਜ ਸਤਿਗੁਰੂ ਉਹਨਾਂ ਦੀ ਉਹੀ ਭਾਵਨਾ ਪੂਰੀ ਕਰਦੇ। ਅਗਲਾ ਪ੍ਰਸੰਗ ਕਵੀਰਾਜ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਆਪਣੇ ਨਾਲ ਸਾਂਝਾ ਕੀਤਾ ਹੈ, ਬੜੇ ਅਦਬ ਪਿਆਰ ਸਤਿਕਾਰ ਸਹਿਤ ਸਾਂਝਾ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਈਏ। ਆਪ ਸਿੱਖ ਸੰਗਤਾਂ ਨੇ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਅਸੀਸ ਦੇਣੀ ਕਿ ਮਹਾਰਾਜ ਆਪਣੇ ਦਰ ਘਰ ਦੀ ਸੇਵਾ ਆਪ ਹੀ ਸਿਰ ਉੱਪਰ ਮੇਰ ਭਰਿਆ ਹੱਥ ਰੱਖ ਕੇ ਲੈ ਲੈਣ। ਬੜੇ ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਗੋਇੰਦਵਾਲ ਤੇ ਭੱਲੇ ਕੁਲ ਗੁਰਦਾਸ, ਚੱਲਿਓ ਹੇਤ ਦਰਸ਼ਨ ਗੁਰੂ ਔਰ ਮੈਂ ਧਰੇ ਹੁਲਾਸ। ਕਵੀ ਜੀ ਜ਼ਿਕਰ ਕਰਦੇ ਕਹਿਣ ਲੱਗੇ ਇੱਕ ਦਿਨ ਫਿਰ ਨਵਾਂ ਚੜਿਆ। ਭਾਈ ਗੁਰਦਾਸ ਜੀ ਆਪਣੇ ਘਰ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬੜਾ ਚਾਉ ਲੈ ਕੇ, ਉਤਸ਼ਾਹ ਲੈ ਕੇ ਮਹਾਰਾਜ ਜੀ ਦੇ ਚਰਨ ਪਰਸਨ ਵਾਸਤੇ ਆਪਣੇ ਘਰ ਤੋਂ ਚੱਲੇ। ਸ਼੍ਰੀ ਗੁਰੂ ਰਾਮਦਾਸ ਕੇ ਨੰਦ ਹੈ ਤੀਨ ਬੜ ਪ੍ਰਿਥਿਆ ਚੰਦ। ਤੇ ਮਨ ਹੀ ਮਨ ਅੰਦਰ ਖਿਆਲ ਕਰਦੇ ਜਾਂਦੇ, ਜਦੋਂ ਤੁਰੇ ਜਾ ਰਹੇ ਨੇ ਖਿਆਲ ਰੱਖ ਕੇ ਜਾ ਰਹੇ। ਕਹਿੰਦੇ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 3 ਸਪੁੱਤਰ ਸਨ। ਉਹਨਾਂ ਦੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਪਿਰਥੀ ਚੰਦ ਜੀ ਦਾ ਜ਼ਿਕਰ ਕਰਦੇ। ਮਹਾਦੇਵ ਮੱਧਮ ਸੁਤ ਵਹਿ ਦੋਹਨ ਅਨੁਜ ਸ਼੍ਰੀ ਅਰਜਨ ਹੈ। ਕਹਿਣ ਲੱਗੇ ਜਿਹੜੇ ਵਿਚਕਾਰਲੇ ਪੁੱਤਰ ਨੇ ਉਹਨਾਂ ਦਾ ਨਾਮ ਮਹਾਦੇਵ ਜੀ ਹੈ। ਜਿਹੜੇ ਸਭ ਤੋਂ ਛੋਟੇ ਸਪੁੱਤਰ ਨੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਕਿਸ ਵਿਦ ਵਰਤੈ ਆਪਸ ਮਾਹੀ ਪ੍ਰਿਥੀਏ ਦ્વੈਸ਼ ਸਮ ਕਹਿ ਬਨਾਹੀ। ਕਹਿਣ ਲੱਗੇ ਅੱਜ ਕੱਲ ਹਾਲਾਤ ਕਿਸ ਤਰ੍ਹਾਂ ਬਣੇ ਹੋਏ ਨੇ, ਕਿਉਂਕਿ ਗੁਰਤਾ ਗੱਦੀ ਛੋਟੇ ਸਪੁੱਤਰ ਨੂੰ ਮਿਲੀ। ਅੱਜ ਕੱਲ ਕਿਸ ਤਰ੍ਹਾਂ ਹਾਲਾਤ ਨੇ। ਪਹਿਲਾਂ ਤੇ ਬਾਬਾ ਪਿਰਥੀ ਚੰਦ ਜੀ ਬੜੇ ਈਰਖਾ ਦਵੈਸ਼ ਦੇ ਵਿੱਚ ਇੱਕ ਜਥੇਦਾਰਾਂ ਵਾਲੀ ਬਿਰਤੀ ਦੇ ਨਾਲ, ਮੁਖੀਆਂ ਵਾਲੀ ਬਿਰਤੀ ਦੇ ਨਾਲ ਚੱਲਦੇ ਸਨ ਕਿ ਸਾਰਾ ਕੁਝ ਮੈਨੂੰ ਹੀ ਪਤਾ, ਮੈਂ ਹੀ ਕਰ ਸਕਦਾ ਹਾਂ। ਕਹਿਣ ਲੱਗੇ ਹੁਣ ਉਹਨਾਂ ਦੇ ਘਰ ਦੇ ਵਿੱਚ ਉਸ ਸਥਾਨ ਦੇ ਉੱਪਰ ਕਿਸ ਤਰੀਕੇ ਦੇ ਨਾਲ ਕਾਰ ਵਿਹਾਰ ਚੱਲ ਰਿਹਾ ਹੈ। ਜਬ ਕੇ ਬੈਠੇ ਗੁਰਤਾ ਗਾਦੀ ਨੈ ਮੈਂ ਕੀਨੋ ਕੁਛ ਸੰਵਾਦੀ। ਕਹਿਣ ਲੱਗੇ ਜਦੋਂ ਦੇ ਸਤਿਗੁਰੂ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ, ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਮਹਾਰਾਜ ਜੀ ਦੇ ਨਾਲ ਕੋਈ ਵੀ ਸੰਵਾਦ ਨਹੀਂ ਕੀਤਾ, ਕੋਈ ਚੰਗੀ ਗੱਲ ਨਹੀਂ ਕੀਤੀ। ਕਹਿਣ ਤੋਂ ਭਾਵ ਮਹਾਰਾਜ ਜੀ ਦੇ ਨਾਲ ਕੋਈ ਗੱਲਬਾਤ ਨਹੀਂ ਛੇੜੀ। ਕੈਸੇ ਅਬ ਨੇ ਬੈ ਵਿਵਹਾਰ ਭਈ ਨਵੀਨ ਜਨੋ ਕੀ ਕਾਰ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਛੋਟੇ ਨੇ। ਪਹਿਲੀ ਗੱਲ ਇਹ ਕਿ ਸਾਰਾ ਪ੍ਰਬੰਧ ਬਾਬਾ ਪਿਰਥੀ ਚੰਦ ਜੀ ਕੋਲ ਸੀ। ਦੂਸਰੀ ਗੱਲ ਇਹ
ਕਿ ਜਿੰਨਾ ਵੀ ਕਾਰ ਵਿਹਾਰ ਉਹਨਾਂ ਦੇ ਕੋਲ ਸੀਗਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਝ ਵਿੱਚ ਆਇਆ ਕਿ ਨਹੀਂ ਆਇਆ। ਤੇ ਜੇ ਬਾਬਾ ਪ੍ਰਿਥੀ ਚੰਦ ਜੀ ਉਸੇ ਤਰੀਕੇ ਨਾਲ ਵਰਤ ਰਹੇ ਨੇ ਤਾਂ ਅੱਗੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸ ਤਰੀਕੇ ਨਾਲ ਵਰਤ ਰਹੇ। ਅੱਗੇ ਬੜਾ ਪਿਆਰ ਨਾਲ ਜ਼ਿਕਰ ਕਰਦੇ। ਪ੍ਰਥਮ ਇਕੱਤਰ ਹੁਤੋ ਪਰਵਾਰੂ ਅਬ ਭੇ ਪ੍ਰਤਕ ਭਰਾਤ ਰਿਸ ਧਾਰੂ। ਕਹਿਣ ਲੱਗੇ ਹੁਣ ਸਾਰੇ ਇਕੱਠੇ ਨੇ ਜਾਂ ਪਹਿਲਾਂ ਵਾਂਗੂ ਬਾਬਾ ਪ੍ਰਿਥੀ ਚੰਦ ਜੀ ਆਪਣਾ ਰੋਬ ਰੱਖਦੇ ਨੇ, ਆਪਣਾ ਪ੍ਰਭਾਵ ਰੱਖਦੇ ਨੇ, ਆਪਣੇ ਆਪ ਨੂੰ ਮੁਖੀ ਸਿੱਖ ਜਾਣਦੇ ਹਨ। ਇਤ ਜਾਦਕ ਗਿਣਤੀ ਕਰ ਚਲਿਓ ਰਾਮਦਾਸਪੁਰ ਆਏ ਸੋ ਮਿਲਿਓ। ਕਹਿੰਦੇ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਾਂ ਕਰਦੇ, ਫੁਰਨੇ ਕਰਦੇ, ਖਿਆਲਾਤ ਕਰਦੇ, ਕਹਿੰਦੇ ਉਹ ਚੱਲ ਰਹੇ ਨੇ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ। ਪੂਰਬ ਸ਼੍ਰੀ ਅਰਜਨ ਡਿਗ ਆਇਓ ਜਾਨ ਗੁਰੂ ਬਦਸ਼ੀਸ਼ ਨਿਵਾਇਓ। ਕਹਿਣ ਲੱਗੇ ਸਭ ਤੋਂ ਵੱਡੀ ਗੱਲ, ਸਭ ਤੋਂ ਪਹਿਲੀ ਗੱਲ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਨੂੰ ਆਪਣੇ ਸਤਿਗੁਰੂ ਜਾਣ ਕੇ ਨਮਸਕਾਰ ਕੀਤੀ ਹੈ। ਬੈਠਿਓ ਨਿਕਟ ਕੁਸ਼ਲ ਸਭ ਪੂਛਾ ਕਹਿਓ ਦੋਹਨ ਦਿਸ਼ ਤੇ ਤਿਸ ਸ਼ੂਸ਼ਾ। ਕਹਿਣ ਲੱਗੇ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਮਹਾਰਾਜ ਜੀ ਨੂੰ ਪੁੱਛਦੇ ਨੇ, ਕਹਿੰਦੇ ਮਹਾਰਾਜ ਜੀ ਆਪ ਜੀ ਦੇ ਗ੍ਰਹਿ ਵਿੱਚ ਘਰ ਵਿੱਚ ਸਭ ਕੁਝ ਠੀਕ ਹੈ। ਇਹ ਸਤਿਗੁਰੂ ਨੂੰ ਪ੍ਰਸ਼ਨ ਕਿੱਦਾਂ? ਉਹਦਾ ਕਾਰਨ ਇਹ ਹੈ ਕਿ ਰਿਸ਼ਤੇ ਦੇ ਵਿੱਚ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਨੇ। ਸੰਸਾਰ ਦੇ ਵਿੱਚ ਇਹ ਬਹੁਤ ਘੱਟ ਚਾਂਸ ਨੇ ਕਿ ਪਰਿਵਾਰ ਵਾਲੇ ਕਿਸੇ ਰੱਬੀ ਪਿਆਰੇ ਦੀ ਕਦਰ ਕਰਨ। ਨਹੀਂ ਤਾਂ ਆਪਣੇ ਪੰਜਾਬੀ 'ਚ ਅਖਾਣ ਇਹ ਬਣੀਆਂ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਤੇ ਆਮ ਤੌਰ ਤੇ ਆਪਾਂ ਇਹਨਾਂ ਗੱਲਾਂ ਕਰਕੇ ਬਹੁਤੇ ਲੋਕ ਆਪਾਂ ਕਹਿੰਦੇ ਨੇ ਜੀ ਪਰਿਵਾਰ ਵਾਲੇ ਤੇ ਉਹਨਾਂ ਦੇ ਮਗਰ ਨਹੀਂ ਤੁਰਦੇ, ਦੁਨੀਆ ਉਹਨਾਂ ਦੇ ਪਿੱਛੇ ਤੁਰੀ ਫਿਰਦੀ ਏ। ਉਹਦਾ ਕਾਰਨ ਇਹ ਹੁੰਦਾ ਆ ਕਿ ਬਹੁਤਾਤ ਵਾਰੀ ਅਸੀਂ ਸਿਰਫ ਉਹਨਾਂ ਦੇ ਪਿਛੋਕੜ ਨੂੰ ਕਈ ਵਾਰੀ ਜਾਣਦੇ ਆ, ਜਾਂ ਅਸੀਂ ਉਹਨਾਂ ਦੇ ਨਾਲ ਜ਼ਿਆਦਾ ਵਰਤਦੇ ਆ ਤੇ ਸਾਡਾ ਡਰ ਖਤਮ ਹੋ ਜਾਂਦਾ ਆ, ਜਾਂ ਇਦਾਂ ਕਹਿ ਲਈਏ ਕਿ ਅਸੀਂ ਉਹਨਾਂ ਦੀ ਵਰਤਣ ਵਾਲੀ ਕਲਾ ਨੂੰ ਨਹੀਂ ਸਮਝਦੇ। ਜਾਂ ਇਹਨੂੰ ਇੱਕ ਹੋਰ ਤਰੀਕੇ ਨਾਲ ਵੀ ਤੁਹਾਡੇ ਸਾਹਮਣੇ ਰੱਖ ਦੇਵਾਂ, ਕਈ ਵਾਰੀ ਰੱਬੀ ਪਿਆਰੇ ਖੁਦ ਨਹੀਂ ਚਾਹੁੰਦੇ ਹੁੰਦੇ ਕਿ ਮੇਰੇ ਬਾਰੇ ਮੇਰੇ ਪਰਿਵਾਰ ਨੂੰ ਪਤਾ ਲੱਗੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੇ ਦੱਸਣ ਤੇ ਆਏ, ਦੌਲਤਾਂ ਦਾਈ ਨੂੰ ਦੱਸ ਦਿੱਤਾ, ਰਾਏ ਬੁਲਾਰ ਨੂੰ ਦੱਸ ਦਿੱਤਾ, ਪੁਰੋਹਿਤ ਹਰਦਿਆਲ ਨੂੰ ਦੱਸ ਦਿੱਤਾ, ਕਾਜੀ ਨੂੰ ਦੱਸ ਦਿੱਤਾ, ਮੌਲਵੀ ਨੂੰ ਦੱਸ ਦਿੱਤਾ, ਜਿਹੜੇ ਉਹਨਾਂ ਦੇ ਪੰਡਤ ਜੀ ਅਧਿਆਪਕ ਸਨ ਉਹਨਾਂ ਨੂੰ ਦੱਸ ਦਿੱਤਾ, ਜਿਹੜਾ ਕਿਹੜਾ ਆਇਆ ਸਭ ਨੂੰ ਦੱਸ ਦਿੱਤਾ, ਪਰ ਪਿਤਾ ਤੋਂ ਫਿਰ ਵੀ ਚਪੇੜਾਂ ਖਾਧੀਆਂ। ਉਹਦਾ ਕਾਰਨ ਜਦੋਂ ਕੋਈ ਬਹੁਤ ਬਰੀਕੀ ਨਾਲ ਸਤਿਗੁਰੂ ਦੇ ਘਰ ਨੂੰ ਸਮਝੇਗਾ ਤੇ ਇੱਕੋ ਗੱਲ ਸਮਝ ਆਏਗੀ, ਮਹਾਰਾਜ ਕਈ ਵਾਰੀ ਖੁਦ ਨਹੀਂ ਚਾਹੁੰਦੇ ਹੁੰਦੇ ਕਿ ਸਾਡੇ ਨੇੜੇ ਰਹਿਣ ਵਾਲਿਆਂ ਨੂੰ ਪਤਾ ਲੱਗੇ ਕਿ ਅਸੀਂ ਕਿੱਥੋਂ ਤਾਕਤ ਲੈ ਕੇ ਜਾਂ ਕਿਸ ਹਾਲਾਤ ਵਿੱਚ ਇਸ ਕਾਇਨਾਤ ਵਿੱਚ ਵਰਤ ਰਹੇ ਹਾਂ। ਪਰ ਭਾਈ ਗੁਰਦਾਸ ਜੀ ਦੇ ਕੋਲ, ਪਿਆਰਿਆਂ ਦੇ ਕੋਲ ਇਹ ਚੀਜ਼ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕੌਣ ਨੇ। ਉਹਨਾਂ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੈਸੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਮਾਲਕ ਨੇ। ਉਹਨਾਂ ਨੂੰ ਪਤਾ ਹੈ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੁਪੁੱਤਰ ਨੂੰ ਥਾਪ ਕੇ ਗਏ ਨੇ ਤੇ ਫਿਰ ਇਹ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਮਾਲਕ ਹੋਣਗੇ, ਇਹਨਾਂ ਕੋਲ ਕੈਸੀਆਂ ਰਹਿਮਤਾਂ, ਨਿਆਮਤਾਂ, ਬਰਕਤਾਂ ਹੋਣਗੀਆਂ। ਉਹਨਾਂ ਨੂੰ ਪਤਾ ਹੈ, ਕਦੇ ਸਾਡੇ ਵੱਡਿਆਂ ਨੇ ਕਿਹਾ ਸੀ ਦੋਇਤਾ ਬਾਣੀ ਕਾ ਬੋਇਤਾ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਨਾਨਾ ਜੀ ਨੇ ਜਿੰਨਾ ਇਹਨਾਂ ਨੂੰ ਪਿਆਰ ਕੀਤਾ ਬਾਕੀ ਦੂਸਰਿਆਂ ਨਾਲ ਉਦਾਂ ਨਹੀਂ ਵਰਤੇ। ਉਹਨਾਂ ਦੇ ਅੰਦਰ ਕੋਈ ਸ਼ੰਕਾ ਨਹੀਂ ਹੈ, ਕੋਈ ਖਿਆਲ ਉਲਟਾ ਨਹੀਂ ਹੈ, ਕੋਈ ਦਵੈਸ਼ ਵਾਲੀ ਬਿਰਤੀ ਨਹੀਂ ਹੈ। ਉਹ ਬੜੇ ਅਦਬ ਦੇ ਨਾਲ ਆਪਣੇ ਸਤਿਗੁਰੂ ਨੂੰ ਸੀਸ ਝੁਕਾ ਕੇ ਬੈਠੇ ਨੇ ਤੇ ਉਹਨਾਂ ਦੀ ਸੁੱਖ ਸਾਂਦ ਪੁੱਛਦੇ ਨੇ। ਉਹ ਜਿਹੜੀ ਸੁੱਖ ਸਾਂਦ ਪੁੱਛੀ ਗਈ ਹੈ ਉਹ ਰਿਸ਼ਤੇਦਾਰੀ ਵਿੱਚੋਂ ਨਿਕਲੀ ਹੈ, ਤੇ ਜਿਹੜਾ ਸੀਸ ਝੁਕਾਇਆ ਗਿਆ ਆ ਉਹ ਸਿੱਖ ਤੇ ਗੁਰੂ ਵਾਲਾ ਫਰਜ਼ ਅਦਾ ਕੀਤਾ ਗਿਆ। ਮੋਹਨ ਦੁਤੀਏ ਮੋਹਰੀ ਚੰਦ ਸੰਸਰਾਮ ਤਿੰਨ ਪੁੱਤਰ ਆਨੰਦ। ਤੇ ਸਤਿਗੁਰੂ ਵੀ ਅੱਗੋਂ ਪੁੱਛਦੇ ਨੇ, ਕਹਿਣ ਲੱਗੇ ਜੀ ਤੁਸੀਂ ਦੱਸੋ ਗੋਇੰਦਵਾਲ ਸਭ ਠੀਕ ਨੇ? ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਸੰਸਰਾਮ ਜੀ, ਉਹਨਾਂ ਦੇ 3 ਸੁਪੁੱਤਰ ਬਾਬਾ ਆਨੰਦ ਜੀ, ਕਹਿਣ ਲੱਗੇ ਸਭ ਖੁਸ਼ ਹਨ। ਪਤਨੀ ਸਹਿਤ ਰਹਿਤ ਹਰ ਖਾਏ ਕੁਸ਼ਲ ਤੁਮਾਰੀ ਚੈ ਸਮੁਦਾਏ। ਅੱਗੋਂ ਭਾਈ ਗੁਰਦਾਸ ਜੀ ਦੱਸਦੇ, ਕਹਿੰਦੇ ਮਹਾਰਾਜ ਜੀ
ਸਭ ਸੁੱਖ ਆਨੰਦ ਨੇ। ਉਹ ਆਪ ਵੀ ਖੁਸ਼ੀ ਖੇੜਿਆਂ ਵਿੱਚ, ਉਹਨਾਂ ਦਾ ਅੱਗੇ ਪਰਿਵਾਰ ਵੀ ਖੁਸ਼ੀ ਖੇੜਿਆਂ ਵਿੱਚ, ਤੇ ਉਹ ਹਰ ਵੇਲੇ ਤੁਹਾਡੇ ਦਰ ਦੀ ਟੇਕ ਦੇ ਵਿੱਚ ਰਹਿੰਦੇ ਨੇ ਤੇ ਤੁਹਾਡੇ ਅੱਗੇ ਚਰਨ ਬੰਦਨਾ ਕਰਦੇ ਕਿ ਆਪ ਜੀ ਹਮੇਸ਼ਾ ਇਸ ਕਾਇਨਾਤ ਵਿੱਚ ਸੁੱਖ ਵਰਤਾਉਂਦੇ ਰਹੋ। ਬੈਠਿਓ ਕਿਤਕ ਕਾਲ ਜਬ ਬੀਤਾ ਕਿ ਕਰਤ ਬਾਰਤਾ ਕੋਇ ਸਰੀਤਾ। ਕਹਿੰਦੇ ਕੁਝ ਸਮਾਂ ਬਤੀਤ ਹੋਇਆ, ਮਹਾਰਾਜ ਜੀ ਨਾਲ ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਹੈ, ਤਿਸ ਹੀ ਥਲ ਭੋਜਨ ਲੈ ਆਏ ਜੈ ਸ਼੍ਰੀ ਅਰਜਨ ਨਰ ਸਮੁਦਾਏ। ਕਹਿਣ ਲੱਗੇ, ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਪਿਆਰਿਓ, ਭਾਈ ਗੁਰਦਾਸ ਜੀ ਆਏ ਨੇ, ਸਾਡੇ ਵੱਡੇ ਨੇ, ਸਤਿਕਾਰਯੋਗ ਨੇ। ਮੈਂ ਇੱਕ ਹੋਰ ਗੱਲ ਦੱਸ ਦਵਾਂ, ਭਾਈ ਗੁਰਦਾਸ ਜੀ ਸ਼ੁਰੂ ਤੋਂ ਲੈ ਕੇ, ਪ੍ਰਾਰੰਭਤਾ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਕਰਦੇ ਸਨ। ਕਿਸੇ ਨੂੰ ਗੁਰਬਾਣੀ ਦੀ ਸੰਥਿਆ ਦੇਣੀ, ਕਿਸੇ ਨੂੰ ਗੁਰੂ ਘਰ ਦੀਆਂ ਹੋਰ ਬਰੀਕੀਆਂ ਸਮਝਾਉਣੀਆਂ ਆ, ਤੇ ਭਾਈ ਗੁਰਦਾਸ ਜੀ ਇਹ ਸੇਵਾਵਾਂ ਨਿਭਾਉਂਦੇ ਸਨ। ਤਾਂ ਉਹਨਾਂ ਦਾ ਇੱਕ ਬੜਾ ਵੱਡਾ ਅਦਬ ਸੀ ਗੁਰੂ ਘਰ ਦੇ ਵਿੱਚ, ਬੜਾ ਸਤਿਕਾਰ ਸੀ। ਮਹਾਰਾਜ ਜੀ ਨੇ ਆਪਣੇ ਪਿਆਰਿਆਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਸੋ ਤੁਸੀਂ ਕਿਰਪਾ ਕਰਕੇ ਲੈ ਕੇ ਆਓ। ਦੋਏ ਦੋਏ ਜਨਕ ਰੋਟ ਕਾ ਦੀਨਸ ਬਰਤਤ ਗੁਰੂ ਦਾਸ ਜੋ ਲੀਨਸ। ਕਹਿਣ ਲੱਗੇ ਜਿਹੜੇ ਗੁਰੂ ਸਾਹਿਬ ਜੀ ਦੇ ਸਿੱਖ ਸਨ, ਉਹਨਾਂ ਨੇ ਮਹਾਰਾਜ ਜੀ ਦਾ ਹੁਕਮ ਮੰਨਿਆ, ਉਹ ਪ੍ਰਸ਼ਾਦਾ ਲੈ ਕੇ ਆਏ। ਤੇ ਪ੍ਰਸ਼ਾਦਿਆਂ ਦੇ ਵਿੱਚ ਕੀ ਲੈ ਕੇ ਆਏ? ਚਨਿਆਂ ਦੇ, ਜਿਹਨੂੰ ਆਪਾਂ ਛੋਲਿਆਂ ਦੀ ਦਾਲ ਕਹਿੰਦੇ ਆ, ਛੋਲਿਆਂ ਨੂੰ ਪੀਸ ਕੇ ਉਹਨਾਂ ਦੀ ਰੋਟੀ ਬਣਾਈ ਹੋਈ। ਤੇ ਆਮ ਤੌਰ ਤੇ ਖਾਣੀ ਬਹੁਤ ਔਖੀ ਹੁੰਦੀ ਹੈ, ਕਿ ਜਾਂ ਤਾਂ ਨਾਲ ਦੀ ਨਾਲ ਤਵੇ ਤੋਂ ਲੱਥੇ ਘਿਓ ਹੋਵੇ ਫਿਰ ਤੇ ਖਾਧੀ ਜਾਵੇ, ਪਰ ਕੱਲੀ ਚਨਿਆਂ ਦੀ ਰੋਟੀ ਖਾਣੀ ਇਹ ਬਹੁਤ ਔਖਾ ਕਰਦੀ ਹੈ। ਤੇ ਉਹ ਪੀਸੇ ਵੀ ਆਪ ਹੁੰਦੇ ਸਨ, ਹੱਥੀਂ ਪੀਸੇ ਹੁੰਦੇ ਸਨ, ਤੇ ਉਹਨਾਂ ਦੇ ਵਿੱਚ ਉਹਨਾਂ ਦਾ ਫੋਗ ਵੀ ਹੁੰਦਾ ਸੀ, ਜਿਹੜੇ ਉਹਨਾਂ ਦੇ ਉੱਪਰ ਪੱਤਰਾ ਹੁੰਦਾ ਆ, ਛਿਲਕਾ ਹੁੰਦਾ ਆ। ਉਹ ਜਦੋਂ ਪ੍ਰਸ਼ਾਦਾ ਸਾਹਮਣੇ ਲਿਆ ਕੇ ਰੱਖਿਆ ਆ, ਕਹਿੰਦੇ ਇਸ ਤਰੀਕੇ ਦੇ ਨਾਲ ਗੁਰੂ ਕੇ ਸਿੱਖਾਂ ਨੇ ਪ੍ਰਸ਼ਾਦਾ ਲਿਆ ਕੇ ਸਨਮੁਖ ਰੱਖਿਆ ਹੈ। ਅਬਰ ਨ ਕੁਛ ਬਾਖੈ ਬੇਕਾਰਨ ਖਾਏ ਜ਼ੁਕੀਨਸ ਬਾਕ ਉਚਾਰਨ। ਕਹਿਣ ਲੱਗੇ ਹੋਰ ਕੁਛ ਨਹੀਂ ਖਾਣ ਨੂੰ ਦਿੱਤਾ। ਮੈਂ ਸੌਖਾ ਕਰਕੇ ਕਹਿ ਦਵਾਂ, ਨਾ ਦਾਲ ਦਿੱਤੀ, ਨਾ ਦਹੀਂ ਦਿੱਤਾ, ਨਾ ਕੋਈ ਮੱਖਣ ਦਿੱਤਾ, ਨਾ ਕੋਈ ਘਿਓ ਦਿੱਤਾ, ਨਾ ਕੋਈ ਖੀਰ ਦਿੱਤੀ, ਬਸ ਇਕੱਲੇ ਪ੍ਰਸ਼ਾਦੇ ਫੜਾ ਦਿੱਤੇ। ਕਹਿੰਦੇ ਜੀ ਤੁਸੀਂ ਛਕੋ। ਇੱਕ ਗੱਲ ਹੋਰ, ਇਕੱਲੇ ਉਹਨਾਂ ਨੂੰ ਨਹੀਂ ਦਿੱਤੇ ਵੀ ਤੁਸੀਂ ਛਕੋ, ਸਤਿਗੁਰੂ ਨੇ ਆਪ ਵੀ ਛਕੇ। ਦੋ ਥਾਲਾਂ ਲੈ ਕੇ ਆਏ, ਇੱਕ ਮਹਾਰਾਜ ਜੀ ਵਾਸਤੇ, ਇੱਕ ਭਾਈ ਗੁਰਦਾਸ ਜੀ ਵਾਸਤੇ। ਮਹਾਰਾਜ ਆਪ ਵੀ ਉਹ ਛਕਦੇ ਨੇ, ਉਹਨਾਂ ਨੂੰ ਵੀ ਉਹ ਛਕਾਇਆ ਜਾਂਦਾ ਆ। ਤੇ ਕਹਿਣ ਲੱਗੇ ਹੋਰ ਕੁਝ ਨਾਲ ਨਹੀਂ ਦਿੱਤਾ ਗਿਆ। ਤੇ ਕਹਿੰਦੇ ਫਿਰ ਭਾਈ ਗੁਰਦਾਸ ਜੀ ਸਹਿਜ ਮਤੇ ਨਾਲ ਉਹਨੂੰ ਛਕ ਗਏ। ਸੰਸਾਰੀ ਸੰਬੰਧ ਕੋ ਜੇ ਕਰ ਕਰੋ ਵਿਚਾਰ ਬੜੇ ਥਾਨ ਤੁਮ ਤੇ ਹੋ ਮਾਤੁਲ ਕਰੋ ਉਚਾਰ। ਭਾਈ ਗੁਰਦਾਸ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਬੇਨਤੀ ਕਰਦੇ। ਅਸਲ ਦੇ ਵਿੱਚ ਇਸ ਪ੍ਰਸੰਗ ਨੂੰ ਬੜੀ ਬਰੀਕੀ ਨਾਲ ਸਮਝਣਾ, ਇਹਦਾ ਕਦਾਚਿਤ ਇਹ ਭਾਵ ਨਹੀਂਗਾ ਕਿ ਉਹ ਮਹਾਰਾਜ ਜੀ ਦੇ ਘਰ ਤੇ ਸ਼ੰਕਾ ਕਰਦੇ ਵੀ ਤੁਸੀਂ ਮੇਰਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ। ਇਹ ਨਹੀਂਗਾ ਕਿ ਤੁਸੀਂ ਮੈਨੂੰ ਸੋਹਣੀ ਰੋਟੀ ਨਹੀਂ ਖਵਾਈ। ਸਵਾਲ ਇਹ ਹੈ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਆ, ਉਹ ਕਾਰਨ ਪੁੱਛਿਆ ਜਾ ਰਿਹਾ ਆ। ਉਹ ਕਹਿੰਦੇ ਨੇ ਮੈਂ ਤੁਹਾਡੇ ਤੋਂ ਰਿਸ਼ਤੇਦਾਰੀ ਵਿੱਚ ਇੱਕ ਥਾਂ ਤੇ ਵੱਡਾ ਆ। ਗੁਰੂ ਘਰ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਿਆਰ ਕਰਦੇ ਰਹੇ, ਗੁਰੂ ਰਾਮਦਾਸ ਮਹਾਰਾਜ ਮੇਰੀ ਕਦਰ ਕਰਦੇ ਰਹੇ। ਅੱਜ ਜਦੋਂ ਅਸੀਂ ਤੁਹਾਡੇ ਕੋਲ ਆਏ ਆ, ਮੈਨੂੰ ਇੱਕ ਗੱਲ ਨਹੀਂ ਸਮਝ ਆਈ। ਉਹ ਜਿਹੜੀ ਗੱਲ ਨਹੀਂ ਸਮਝ ਆਈ ਕਵੀ ਰਾਜ ਅੱਗੇ ਜ਼ਿਕਰ ਕਰਦੇ। ਦੁਤੀਏ ਸੰਬੰਧ ਸੁਨੀਜੀਏ ਜਬ ਕੀ ਗਾਦੀ ਲੀਨ ਭੈ ਪਰਮੇਸ਼ਰ ਰੂਪ ਤੁਮ ਸਭ ਜਗ ਗੁਰੂ ਪ੍ਰਵੀਨ। ਕਹਿਣ ਲੱਗੇ ਤੁਹਾਡੇ ਨਾਲ ਮੇਰੇ ਦੋ ਸੰਬੰਧ ਨੇ। ਪਹਿਲਾ ਤੇ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਦੂਸਰਾ ਤੁਸੀਂ ਮੇਰੇ ਸਤਿਗੁਰੂ ਹੋ, ਮੈਂ ਤੁਹਾਡਾ ਸਿੱਖ ਹਾਂ। ਤੇ ਸਤਿਗੁਰੂ ਤੇ ਸਿੱਖ ਤੋਂ ਜਿੰਦ ਨਿਸ਼ਾਵਰ ਕਰਦਾ ਆ। ਸਿੱਖ ਤੇ ਕਰੇ ਸਤਿਗੁਰੂ ਆਪਣੇ ਸਿੱਖ ਤੋਂ ਜਿੰਦ ਨਿਸ਼ਾਵਰ ਕਰਦਾ ਆ। ਕਹਿਣ ਲੱਗੇ ਆ ਮੇਰੇ ਦੋ ਤੁਹਾਡੇ ਨਾਲ ਸੰਬੰਧ ਨੇ। ਤੁਸੀਂ ਪਰਮੇਸ਼ਰ ਸਰੂਪ ਹੋ, ਇਸ ਕਾਇਨਾਤ ਵਿੱਚ ਸੁੱਖ ਵਰਤਾਉਣ ਦੇ ਸਮਰੱਥ ਹੋ। ਇਸ ਬਿਦ ਮੈਂ ਹੋ ਸਿੱਖ ਥਮਾ ਤੁਮਾਰੋ ਬੰਦਨੀਏ ਸਭ ਕੇ ਹਿਤ ਧਾਰੋ। ਕਹਿਣ ਲੱਗੇ ਮੈਂ ਤੁਹਾਡਾ ਸਿੱਖ ਹਾਂ ਤੇ ਮੈਂ ਬੜੇ ਅਦਬ ਨਾਲ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ ਹਾਂ। ਚਰੰਕਾਲ
ਚਿਰੰਕਾਲ ਬੀਤੇ ਮੈਂ ਆਇਓ, ਪੂਰਬ ਹੀ ਮਿਲ ਬੇਦੇ ਭਇਓ। ਕਹਿਣ ਲੱਗੇ ਬੜਾ ਸਮਾਂ ਹੋਇਆ ਮੈਨੂੰ ਤੁਹਾਨੂੰ ਮਿਲਿਆ ਨੂੰ। ਮੈਂ ਆਗਰੇ ਗਿਆ, ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆਏ ਫਿਰ ਤੁਹਾਡੇ ਦਰਸ਼ਨਾਂ ਵਾਸਤੇ ਆਏ। ਸਭ ਤੋਂ ਪਹਿਲਾਂ ਮੇਰੇ ਅੰਦਰ ਜਿਹੜੀ ਖਿੱਚ ਸੀ ਉਹ ਤੁਹਾਡੇ ਦਿਦਾਰਿਆਂ ਦੀ, ਤੁਹਾਡੇ ਦਰਸ਼ਨਾਂ ਦੀ ਸੀ। ਭਗਨੀ ਸੋ ਤਿਆਰ ਗੁਰੂ ਉਦਾਰਾ, ਮੈਂ ਮਾਤਲ ਔਰ ਸਿੱਖ ਤੁਮਾਰਾ। ਕਹਿਣ ਲੱਗੇ ਗੁਰੂ ਸਾਹਿਬ ਦੀ ਸੁਪੁੱਤਰੀ ਬੀਬੀ ਭਾਨੀ ਜੀ, ਕਹਿਣ ਲੱਗੇ ਜਿਹੜੇ ਤੁਹਾਡੇ ਮਾਤਾ ਜੀ ਨੇ, ਮੈਂ ਉਹਨਾਂ ਦਾ ਭਰਾ ਲੱਗਦਾ ਆ। ਸਾਡਾ ਗੁਰੂ ਦੇ ਪਰਿਵਾਰ ਨਾਲ ਨਾਤਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜਵਾਈ ਸਨ, ਤੁਸੀਂ ਸਾਡੇ ਗਾਂ ਦੋਤੇ ਹੋ। ਕਹਿਣ ਲੱਗੇ ਸਾਡਾ ਤੁਹਾਡੇ ਨਾਲ ਪਰਾਪੁਰਬਲਾ ਸੰਬੰਧ ਹੈ ਤੇ ਮੈਂ ਤੁਹਾਡਾ ਸ੍ਰੇਸ਼ਟ ਸਿੱਖਾਂ ਦੇ ਵਿੱਚ ਗਿਣਿਆ ਜਾਣ ਵਾਲਾ ਸਿੱਖ ਹਾਂ। ਕਾਰਨੇ ਤੇ ਹੁਤੋ ਮਨ ਚੀਨੋ, ਤਉ ਨ ਸਾਦਰ ਭੋਜਨ ਦੀਨੋ। ਕਹਿੰਦੇ ਇੰਨੇ ਵੱਡੇ ਕਾਰਨ ਨੇ ਕਿ ਸਾਨੂੰ ਇਸ ਘਰ ਵਿੱਚ ਸਤਿਕਾਰ ਮਿਲਦਾ ਰਿਹਾ, ਪਰ ਅੱਜ ਕੀ ਐਸੀ ਕਲਾ ਵਰਤਾਈ ਕਿ ਮੈਨੂੰ ਤੁਸੀਂ ਖਾਣ ਵਾਸਤੇ ਆ ਸਾਦਾ ਪ੍ਰਸ਼ਾਦਾ ਦਿੱਤਾ, ਮੈਨੂੰ ਸਾਦਾ ਭੋਜਨ ਦਿੱਤਾ। ਇਹਦਾ ਕੀ ਕਾਰਨ ਹੈ? ਸ਼੍ਰੀ ਅਰਜਨ ਸੁਨ ਕੇ ਮੁਸਕਾਏ, ਕਹਿਓ ਕਿ ਪ੍ਰਾਰ ਬਦ ਜਸ ਗਾਏ ਖਾਏ। ਮਹਾਰਾਜ ਜੀ ਮੁਸਕਰਾ ਪਏ। ਸਾਹਿਬ ਜੀ ਖੇੜ ਖੜਾ ਕੇ ਸੇ, ਜੇ ਆਮ ਬੰਦਾ ਹੁੰਦਾ ਉਹ ਕਹਿੰਦਾ ਜੀ ਖਾਣੀ ਤੇ ਖਾਓ ਨਹੀਂ ਤੇ ਜਾਓ। ਨਹੀਂ, ਸਤਿਗੁਰੂ ਐਸੇ ਨਹੀਂ ਹੁੰਦੇ। ਸਤਿਗੁਰੂ ਸਮਝਦੇ ਨੇ ਸਿੱਖ ਅੰਦਰ ਸਵਾਲ ਹੋਣਾ ਚਾਹੀਦਾ ਆ। ਜਿੰਨਾ ਚਿਰ ਕਿਸੇ ਗੁਰਸਿੱਖ ਦੇ ਅੰਦਰ ਸਵਾਲ ਨਹੀਂ ਪੈਦਾ ਹੁੰਦਾ ਤੇ ਬਹੁਤ ਵੱਡਾ ਸਵਾਲ ਨਹੀਂ ਪੈਦਾ ਹੁੰਦਾ। ਲੋਕ ਸਵਾਲ ਕਰਦੇ ਨੇ ਛੋਟੇ ਛੋਟੇ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਇਹ ਕੋਈ ਸਵਾਲ ਆ? ਫਲਾਣੀ ਚੀਜ਼ ਖਾਣੀ ਚਾਹੀਦੀ ਕਿ ਨਹੀਂ ਖਾਣੀ ਚਾਹੀਦੀ, ਇਹ ਕੋਈ ਸਵਾਲ ਹੈ? ਲੋਕਾਂ ਦੇ ਸਵਾਲ। ਗੁਰਦੁਆਰੇ ਡੇਲੀ ਆਉਣਾ ਚਾਹੀਦਾ, ਕਥਾ ਸੁਣਨੀ ਚਾਹੀਦੀ ਕਿ ਕੀਰਤਨ ਸੁਣਨਾ ਚਾਹੀਦਾ, ਪਾਠ ਕਿਸ ਤਰ੍ਹਾਂ ਕਰਨਾ ਚਾਹੀਦਾ, ਇਹ ਸਵਾਲ ਨੇ? ਕੋਈ ਸਵਾਲ ਵੇਖਣੇ ਨੇ। ਸੱਚੀ ਸਵਾਲ ਕਿਹਨੂੰ ਕਹਿੰਦੇ ਨੇ? ਸਿੱਧ ਗੋਸ਼ਟ ਪੜ੍ਹ ਕੇ ਦੇਖੋ, ਸਵਾਲ ਕਿਹਨੂੰ ਕਹਿੰਦੇ ਨੇ? ਜਪਜੀ ਸਾਹਿਬ ਦਾ ਪਾਠ ਕਰਕੇ ਦੇਖੋ, ਸਵਾਲ ਕਿਹਨੂੰ ਕਹਿੰਦੇ ਨੇ? ਐਡੇ ਵੱਡੇ ਵੱਡੇ ਸਵਾਲ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹ ਰੱਬ ਕਿੱਦਾਂ ਬਣਿਆ ਜਾ ਸਕਦਾ ਹੈ, ਇਹ ਦੱਸੋ ਸਾਨੂੰ। ਜੋਗੀ ਮਹਾਰਾਜ ਨੂੰ ਪੁੱਛਦੇ ਰੱਬ ਵਰਗੇ ਕਿੱਦਾਂ ਬਣ ਸਕਦੇ ਆ? ਉਹ ਪੁੱਛਦੇ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਰ। ਮੂੰਹ ਐਵੇਂ ਦਾ ਕੀ ਬੋਲੀਏ ਕਿ ਰੱਬ ਲਈ ਪਿਆਰ ਪ੍ਰਗਟ ਹੋ ਜਾਏ? ਹੈ ਕਿਸੇ ਦਾ ਸਵਾਲ ਇਹ? ਨਹੀਂ। ਲੰਗਰ ਚ ਦਾਲ ਬਣਾਉਣੀ ਕਿ ਨਹੀਂ ਬਣਾਉਣੀ, ਆ ਫਲਾਣੀ ਚੀਜ਼ ਵਰਤਾ, ਇਹ ਨਿੱਕੇ ਨਿੱਕੇ ਸਵਾਲ ਜਿਹੜੇ ਬਿਲਕੁਲ ਬੇਤੁਕੇ ਨੇ। ਮਹਾਰਾਜ ਚਾਹੁੰਦੇ ਮੇਰਾ ਸਿੱਖ ਮੇਰੇ ਅੱਗੇ ਆਣ ਕੇ ਸਵਾਲ ਰੱਖੇ, ਪਰ ਮਹਾਰਾਜ ਨਾਲ ਇਹ ਚੀਜ਼ ਜ਼ਰੂਰ ਵੇਂਦੇ ਆ, ਇਹਨੇ ਸਵਾਲ ਸੁਣਿਆ ਸੁਣਾਇਆ ਕੀਤਾ ਕਿ ਇਹਨੇ ਕਮਾਇਆ ਆ। ਸਵਾਲ ਇਹ ਮੈਨੇ ਰੱਖਦਾ ਆ, ਇਹਨੇ ਸੁਣਿਆ ਸੁਣਾਇਆ ਕੀਤਾ ਕਿ ਇਹਦੇ ਅੰਦਰ ਸੱਚੀ ਇਹ ਵਲਵਲਾ ਉੱਠਿਆ ਕਿ ਮੈਂ ਮਹਾਰਾਜ ਨੂੰ ਇਹ ਪੁੱਛਾਂ। ਜਿਹੜੇ ਤੁਹਾਡੇ ਵਿੱਚੋਂ ਕਈ ਸਚਿਆਰ ਸਿੱਖ ਹੋਣਗੇ ਮਹਾਰਾਜ ਜੀ ਦੇ, ਵੈਸੇ ਤੁਸੀਂ ਸਾਰੇ ਹੀ ਵੱਡੀਆਂ ਰੂਹਾਂ, ਮਹਾਰਾਜ ਸਾਡੇ ਨਾਲੋਂ ਬਹੁਤ ਵੱਡੇ ਹੋ। ਮਹਾਰਾਜ ਜੀ ਤੁਹਾਨੂੰ ਪਿਆਰ ਕਰਦੇ, ਆਪਣੇ ਕੋਲ ਲੈ ਕੇ ਆਉਂਦੇ। ਮੈਨੂੰ ਤੁਹਾਨੂੰ ਸਭਨਾਂ ਨੂੰ ਮਹਾਰਾਜ ਪਿਆਰ ਕਰਕੇ ਆਪਣੀ ਗੋਦ ਵਿੱਚ ਬਿਠਾਉਂਦੇ। ਪਰ ਮਹਾਰਾਜ ਪਰਖਦੇ ਨੇ, ਮਹਾਰਾਜ ਵੇਂਦੇ ਨੇ ਮੇਰਾ ਪੁੱਤ ਕਿੱਡਾ ਵੱਡਾ ਸਵਾਲ ਮੇਰੇ ਕੋਲ ਲੈ ਕੇ ਆਇਆ। ਮਹਾਰਾਜ ਜੀ ਸਿਰ ਪੀੜ ਕਰਦਾ, ਲਓ ਮਹਾਰਾਜ ਜੀ ਬੁਖਾਰ ਹੋ ਗਿਆ ਕਾਕੇ ਨੂੰ, ਮਹਾਰਾਜ ਜੀ ਆ ਨਿੱਕੀ ਜੀ ਦਿੱਕਤ ਆ ਗਈ। ਮਹਾਰਾਜ ਕਹਿੰਦੇ ਇਹ ਸਵਾਲ ਨਹੀਂ, ਇਹ ਛੋਟੀਆਂ ਗੱਲਾਂ ਨੇ। ਬਹੁਤ ਵੱਡੀ ਚੀਜ਼ ਮੰਗ ਸਾਡੇ ਤੋਂ। ਜਦੋਂ ਮਹਾਰਾਜ ਨੇ ਕਿਹਾ ਸਾਡੇ ਤੋਂ ਬਹੁਤ ਵੱਡੀ ਚੀਜ਼ ਮੰਗੇਗਾ, ਮਹਾਰਾਜ ਜੀ ਕਹਿੰਦੇ ਸਾਨੂੰ ਪਤਾ ਤੈਨੂੰ ਮੰਗਣਾ ਨਹੀਂ ਆਉਣਾ, ਸੀ ਤੈਨੂੰ ਦੱਸਦੇ ਆ ਕਿ ਤੈਨੂੰ ਕੀ ਮੰਗਣਾ ਚਾਹੀਦਾ। ਸਾਹਿਬ ਜੀ ਫਿਰ ਬੜੇ ਪ੍ਰੇਮ ਨਾਲ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਹਾਰਾਜ ਕਹਿੰਦੇ ਤੈਨੂੰ ਮੰਗਣਾ ਨਹੀਂ ਆਉਂਦਾ, ਅਸੀਂ ਤੈਨੂੰ ਦੱਸਦੇ ਜੇ ਤੂੰ ਕਦੇ ਕੁਝ ਮੰਗਣ ਨੂੰ ਤੇਰਾ ਜੀ ਕਰੇ ਨਾ ਤੇ ਤੂੰ ਪ੍ਰਮਾਤਮਾ ਤੋਂ ਮੰਗੀ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮਹਾਰਾਜ ਕਹਿੰਦੇ ਤੈਨੂੰ ਅਸੀਂ ਦੱਸਦੇ ਹਾਂ ਕਿ ਤੂੰ ਮੰਗਣਾ ਕੀ ਹੈ, ਤੇ ਬਹੁਤ ਵੱਡੀ ਮੰਗ ਮੰਗਣੀ ਆ। ਤੇ ਸਤਿਗੁਰੂ ਵੇਖਦੇ ਨੇ ਮੇਰਾ ਸਿੱਖ ਕਿੱਥੋਂ ਪ੍ਰਸ਼ਨ ਕਰਦਾ ਆ,
ਤੇ ਜਦ ਕਿਸੇ ਦੇ ਅੰਦਰ ਪ੍ਰਸ਼ਨ ਬਹੁਤ ਵੱਡਾ ਹੋਏਗਾ, ਮਹਾਰਾਜ ਉਹਦੇ ਤੇ ਬਖਸ਼ਿਸ਼ ਵੀ ਓਡੀ ਵੱਡੀ ਹੋਏਗੀ। ਆਪਾਂ ਦੇਖਦੇ ਹਾਂ ਦੁਨਿਆਵੀ ਪੜ੍ਹਾਈਆਂ ਹੁੰਦੀਆਂ ਨੇ, ਪਹਿਲਾਂ 5 ਕੁ ਸਿਲੇਬਸ ਹੁੰਦੇ ਸਨ, ਫਿਰ ਘਟਦੇ ਸਿਲੇਬਸ ਤਾਂ ਘਟ ਜਾਂਦੇ, ਪ੍ਰਸ਼ਨ ਬਹੁਤ ਡਿਫਿਕਲਟ, ਇੱਕ ਥਾਂ ਤੇ ਆਣ ਕੇ ਕਿਤਾਬਾਂ ਖਤਮ ਹੋ ਜਾਂਦੀਆਂ ਆ। IAS ਦਾ ਟੈਸਟ ਹੁੰਦਾ, IPS ਦਾ ਟੈਸਟ ਹੁੰਦਾ, ਕੋਈ ਸਿਲੇਬਸ ਨਹੀਂ ਹੁੰਦਾ, ਜਿੱਥੋਂ ਮਰਜ਼ੀ ਪੁੱਛ ਲੈਣ। ਫਿਰ ਜਿਹੜੇ ਏਡੇ ਏਡੇ ਵੱਡੇ ਪ੍ਰਸ਼ਨ ਕਲੀਅਰ ਕਰਦੇ ਨੇ ਉਹਨਾਂ ਨੂੰ ਵੱਡੇ ਮਰਤਬੇ ਮਿਲ ਜਾਂਦੇ ਨੇ, ਵੱਡੇ ਅਹੁਦੇ ਮਿਲ ਜਾਂਦੇ। ਜਿਹੜੇ ਸਿਰਫ ਇੱਥੋਂ ਤੱਕ ਰਹਿੰਦੇ ਵੀ ਗਾਈਡ ਚੋਂ ਪੜ੍ਹਿਆ, ਲਿਖ ਦਿੱਤਾ, ਯਾਦ ਕੀਤਾ, ਉਹ ਬੰਦਾ 10th ਕਰਕੇ, +2 ਕਰਕੇ ਜਾਂ BA MA ਕਰਕੇ ਨੌਕਰੀ ਪਾਲੇ, ਛੋਟੇ ਲੈਵਲ ਦੀ ਨੌਕਰੀ ਮਿਲੇਗੀ। ਹੁਣ ਕੋਈ ਬੰਦਾ ਬਹੁਤ ਵੱਡਾ ਟੈਸਟ ਕਲੀਅਰ ਕਰਕੇ ਨੌਕਰੀ ਲੱਗਦਾ ਆ, ਫਿਰ ਮਹਾਰਾਜ ਜਿੰਨੀ ਉਹਨਾਂ ਦੀ ਸਾਰੀ ਉਮਰ ਦੀ ਤਨਖਾਹ ਹੁੰਦੀ ਉਹ 1 ਮਹੀਨੇ 'ਚ ਹੀ ਕਮਾ ਲੈਂਦੇ ਹੁੰਦੇ ਅਗਲੇ, ਪਰ ਉਹ ਟਾਈਮ ਦਿੰਦੇ ਨੇ ਨਾ। ਜਿੰਨਾ ਵੱਡਾ ਕਿਸੇ ਗੁਰਸਿੱਖ ਦੇ ਅੰਦਰ ਸਵਾਲ ਹੁੰਦਾ ਆ, ਮਹਾਰਾਜ ਓਨੀ ਵੱਡੀ ਆਪਣੇ ਕਿਸੇ ਪਿਆਰੇ ਦੇ ਉੱਪਰ ਬਖਸ਼ਿਸ਼ ਕਰਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਬੜੇ ਅਦਬ ਪਿਆਰ ਦੇ ਨਾਲ, ਮਹਾਰਾਜ ਮੁਸਕਰਾਏ, ਸਾਹਿਬ ਜੀ ਬੜੇ ਖੁਸ਼ ਹੋਏ, ਕਿਉਂਕਿ ਸਵਾਲ ਬੜਾ ਡੂੰਘਾ ਆ, ਸਵਾਲ ਛੋਟਾ ਨਹੀਂਗਾ ਕਿ ਮਹਾਰਾਜ ਆਪਣੇ ਇਸ ਘਰ ਦੇ ਵਿੱਚ ਅੰਮ੍ਰਿਤ ਖੀਰ ਘਿਆਲੀ ਦਾ ਜ਼ਿਕਰ ਆਇਆ, ਮਹਾਰਾਜ ਸਾਡੇ ਇਸ ਘਰ ਦੇ ਵਿੱਚ ਦੌਲਤ ਵੰਡਣ ਦਾ ਜ਼ਿਕਰ ਆਇਆ ਆ, ਸਾਡੇ ਇਸ ਘਰ ਦੇ ਵਿੱਚ 36 ਪਦਾਰਥ ਬਣਦੇ ਰਹੇ, ਤੇ ਅੱਜ ਜਦੋਂ ਅਸੀਂ ਤੁਹਾਡੇ ਦਰ ਤੇ ਆਏ ਆ ਤੇ ਸਾਡੇ ਸਾਹਮਣੇ ਚਣਿਆਂ ਦੀ, ਛੋਲਿਆਂ ਦੀ ਰੋਟੀ ਰੱਖ ਦਿੱਤੀ ਗਈ। ਮਹਾਰਾਜ ਕੀ ਕਾਰਨ ਹੈ? ਸਿੱਖ ਦਾ ਸਵਾਲ ਬਹੁਤ ਵੱਡਾ ਆ, ਪ੍ਰਸ਼ਨ ਬਹੁਤ ਪਿਆਰਾ ਆ, ਤੇ ਸਤਿਗੁਰੂ ਰਹਿਮਤ ਬਖਸ਼ਿਸ਼ ਕਰਕੇ ਫਿਰ ਉਹਨਾਂ ਨੂੰ ਕਹਿੰਦੇ ਪਿਆਰਿਆ ਦੇਖ, ਜੋ ਕਿਸੇ ਦਾ ਪ੍ਰਾਲਬਧ ਹੁੰਦਾ, ਜੋ ਕਿਸੇ ਦੇ ਭਾਗਾਂ 'ਚ ਲਿਖਿਆ ਹੁੰਦਾ, ਉਹ ਉਹੀ ਖਾਂਦਾ ਆ। ਜੋ ਆਪਣੇ ਕਰਮਾਂ ਵਿੱਚ, ਆਪਾਂ ਕਹਿ ਦਿੰਦੇ ਫਲਾਣਾ ਬੰਦਾ ਜੀ ਨਸ਼ਾ ਬਹੁਤ ਕਰਦਾ ਆ, ਮਹਾਰਾਜ ਇਹ ਵੀ ਬੜੀ ਲੰਮੀ ਗੇਮ ਚੱਲੀ ਆਉਂਦੀ ਹੈ। ਮਹਾਰਾਜ ਦੱਸਦੇ ਲੇਖ ਹੈ ਬੋਲਣਾ, ਲੇਖ ਹੈ ਖਾਣਾ ਖਾਓ। ਅੱਜ ਜਦੋਂ ਕਈਆਂ ਬਹੁਤਿਆਂ ਦੀ ਤਾਂ ਖੰਡ ਹੀ ਰੱਬ ਮੁਕਾ ਕੇ ਰੱਖ ਦਿੰਦਾ, ਅੱਜ ਕੱਲ੍ਹ ਸ਼ੂਗਰ ਹੈ ਜੀ, ਖੰਡ ਨਹੀਂ ਖਾ ਸਕਦੇ, ਬਸ। ਕਈਆਂ ਦਾ ਰੱਬ ਦੁੱਧ ਮੁਕਾ ਕੇ ਰੱਖ ਦਿੰਦਾ, ਕਹਿੰਦੇ ਜੀ ਤੁਸੀਂ ਦੁੱਧ ਨਹੀਂ ਪੀ ਸਕਦੇ। ਕਈਆਂ ਦਾ ਘਿਓ ਮੁਕਾ ਕੇ ਰੱਖ ਦਿੰਦਾ ਆ, ਕਾਰਨ ਲੇਖ ਹੈ ਬੋਲਣਾ, ਲੇਖ ਹੈ ਖਾਣਾ ਖਾਓ। ਜਿੰਨੀ ਚੀਜ਼ ਤੁਹਾਡੇ ਭਾਗਾਂ ਵਿੱਚ ਖਾਣੀ ਲਿਖੀ ਹੈ ਤੁਸੀਂ ਓਨਾ ਹੀ ਖਾਓਗੇ। ਕਈਆਂ ਦੇ ਸਾਹਮਣੇ ਰੋਟੀ ਪਈ ਰਹਿ ਜਾਂਦੀ, ਮਹਾਰਾਜ ਖਾਧੀ ਨਹੀਂ ਜਾਂਦੀ। ਸਾਹਿਬ ਜੀ ਕਹਿੰਦੇ ਜੋ ਪ੍ਰਾਲਬਧ ਹੁੰਦਾ ਆ ਤੁਸੀਂ ਉਹੀ ਛਕ ਸਕਦੇ ਹੋ, ਇਸ ਤੋਂ ਬਾਹਰ ਜਾ ਕੇ ਤੁਸੀਂ ਛਕ ਨਹੀਂ ਸਕਦੇ। ਮਹਾਰਾਜ ਕਹਿੰਦੇ ਫਿਰ ਅੱਜ ਅਸੀਂ ਤੁਹਾਡੇ ਸਾਹਮਣੇ ਉਹੀ ਪਰੋਸਿਆ ਆ ਜੋ ਤੁਹਾਡਾ ਪ੍ਰਾਲਬਧ ਹੈ। ਤੋਰ ਹਦੂਰ ਸਭਨੇ ਲਿਓ, ਕਿਛੂ ਨਾ ਸਭ ਕੈ ਭੋਜਨ ਕੀਓ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਭਾਈ ਸਾਹਿਬ ਅਸੀਂ ਕਿਹੜਾ ਤੁਹਾਨੂੰ ਕੱਲਿਆਂ ਨੂੰ ਦਿੱਤਾ ਆ, ਜਿੰਨੇ ਵੀ ਤੁਹਾਡੇ ਨੇੜੇ ਗੁਰਸਿੱਖ ਬੈਠੇ ਸਨ ਸਮੇਤ ਸਾਡੇ, ਆਪਾਂ ਸਾਰਿਆਂ ਨੇ ਉਹੀ ਕੁਝ ਛਕਿਆ ਜੋ ਕੁਝ ਤੁਹਾਨੂੰ ਪਰੋਸਿਆ ਗਿਆ। ਜੇਕਰ ਚੈਤ ਅਦਕ ਬਹਨਾਈ, ਅੰਤਰ ਸਤਿਤ ਬਟਾਵਤ ਮਾਈ। ਮਹਾਰਾਜ ਕਹਿੰਦੇ ਤੁਹਾਡੇ ਤੋਂ ਅਸੀਂ ਕੁਝ ਲੁਕੋਇਆ ਨਹੀਂ, ਜਾਂ ਤੇ ਅਸੀਂ ਵੱਖਰਾ ਛਕਿਆ ਹੋਵੇ ਜਾਂ ਕਿਸੇ ਹੋਰ ਗੁਰਸਿੱਖ ਨੂੰ ਵੱਖਰਾ ਦਿੱਤਾ ਹੋਵੇ। ਕਹਿੰਦੇ ਨਹੀਂ, ਅਸੀਂ ਲੁਕੋਇਆ ਕੁਝ ਨਹੀਂ, ਪਰ ਜੇ ਫਿਰ ਵੀ ਤੁਹਾਡੇ ਅੰਦਰ ਇਹ ਖਿਆਲ ਹੈ ਵੀ ਸੋਹਣਾ ਛਕਣਾ ਆ, ਤੇ ਕਹਿਣ ਲੱਗੇ ਉਹ ਅੰਦਰ ਮਾਤਾ ਜੀ ਬੈਠੇ ਨੇ, ਤੁਸੀਂ ਕਿਰਪਾ ਕਰੋ ਉਹਨਾਂ ਦੇ ਕੋਲ ਚਲੇ ਜਾਓ, ਤੁਸੀਂ ਉਹਨਾਂ ਨੂੰ ਕਹੋ ਵੀ ਆਪਾਂ ਰਿਸ਼ਤੇਦਾਰ ਆ, ਭੈਣ ਭਰਾ ਆ, ਫਿਰ ਉਹ ਤੁਹਾਨੂੰ ਸੋਹਣਾ ਛਕਾ ਦੇਣਗੇ। ਨਿਜ ਕਰ ਦੇਖ ਸਗਲ ਵਰਤਾਵੇ, ਪਾਹੁਨ ਹਿਤ ਸੋ ਅਸਨ ਪਹੁੰਚਾਵੇ। ਕਹਿਣ ਲੱਗੇ ਜੋ ਆਪਣੇ ਘਰ ਵਿੱਚ ਬਣਾਉਂਦੇ ਨੇ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਛਕ ਸਕਦੇ ਹੋ। ਹਮਰੀ ਮਾਤਾ ਭਗਨ ਤੁਮਾਰੀ, ਮਿਲੋ ਜਾਏ ਕਰ ਕਰੋ ਉਚਾਰੀ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਜਾਓ, ਭੈਣ ਤੁਹਾਡੀ ਹੈ, ਮਾਤਾ ਸਾਡੀ ਹੈ, ਤੁਹਾਡਾ ਭੈਣਾਂ ਭਰਾਵਾਂ ਦਾ ਪ੍ਰੇਮ ਆ, ਜੋ ਤੁਹਾਡੀ ਭੈਣ ਤੁਹਾਨੂੰ ਪ੍ਰੇਮ ਨਾਲ ਛਕਾਏ ਤੁਸਾਂ ਨੇ ਛਕ ਲੈਣਾ ਆ, ਤੇ ਨਾਲੇ ਉਹਨਾਂ ਨੂੰ ਸੁਖ ਸੰਦ ਪੁੱਛ ਲੈਣੀ। ਏਮ ਸੋਨ ਸ਼੍ਰੀ ਅਰਜਨ ਕੇ ਪਾਸ, ਹੱਥ ਪਕਾਰੇ ਤਬ ਗੁਰਦਾਸ। ਕਹਿਣ ਲੱਗੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬੋਲ ਸੁਣੇ ਤੇ ਭਾਈ ਗੁਰਦਾਸ ਜੀ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ। ਇਹ ਗੱਲ ਯਾਦ ਰੱਖਣਾ, ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਹੈ ਇਸ ਵੇਲੇ, ਮਹਾਰਾਜ ਜੀ ਦੀ ਆਜੂ ਨਹੀਂ ਹੈ ਬਹੁਤੀ। ਉਹ ਬੜੇ ਪ੍ਰਸੰਨ ਹੋਏ, ਜਵਾਬ ਬੜਾ ਸੋਹਣਾ ਦਿੱਤਾ ਕਿ ਜੇ ਤੁਹਾਡੇ ਅੰਦਰ ਕੋਈ ਸਵਾਲ ਹੈ ਸਾਨੂੰ ਨਾ ਪੁੱਛੋ, ਆਪਣੀ ਭੈਣ ਨੂੰ ਜਾ ਕੇ ਪੁੱਛੋ, ਸਾਡੇ ਮਾਤਾ ਜੀ ਨੂੰ ਪੁੱਛੋ, ਸਾਡੇ ਨਾਲੋਂ ਸੋਹਣਾ ਜਵਾਬ ਤੁਹਾਨੂੰ ਉਹ ਦੇਣਗੇ। ਫਿਰ ਅੱਗੇ ਉਹ ਬਚਨ ਕਰਦੇ, ਕਹਿੰਦੇ ਕਿ ਭਾਈ ਗੁਰਦਾਸ ਜੀ ਨੇ ਦੋਵੇਂ ਹੱਥ ਜੋੜ ਕੇ
ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਚੁਰਾ ਕਰਿਓ ਉਠ ਅੰਤਰ ਗਇਓ, ਦੇਖੀ ਸੁਸਾ ਬ੍ਰਾਹਮ ਪ੍ਰਣਾਮ ਸੁਕੀਓ। ਕਹਿਣ ਲੱਗੇ ਉਹਨਾਂ ਨੇ ਚੁਲੀ ਕੀਤੀ, ਹੱਥ ਧੋਤੇ, ਇਸ ਤੋਂ ਬਾਅਦ ਉਹ ਫਿਰ ਅੰਦਰ ਗਏ, ਆਪਣੀ ਭੈਣ ਨੂੰ ਦੇਖਿਆ ਹੈ, ਕਹਿਣ ਲੱਗੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ। ਬੈਠੀ ਭਾਨੀ ਦੇਗ ਸਥਾਨਾ, ਆਵੋ ਭਰਾਤਾ ਥਰੋ ਬਖਾਨਾ। ਕਹਿਣ ਲੱਗੇ ਉਹ ਆਪਣੇ ਆਸਨ ਤੇ ਬੈਠੇ, ਚੌਂਕੇ ਵਿੱਚ ਬੈਠੇ ਹੋਏ, ਜਦੋਂ ਭਾਈ ਗੁਰਦਾਸ ਜੀ ਆਏ, ਮਾਤਾ ਜੀ ਦੂਰੋਂ ਤੱਕ ਕੇ ਕਹਿੰਦੇ, ਆ ਵੀਰਾ ਜੀ ਆਇਆਂ ਨੂੰ, ਤੂੰ ਸਾਡੇ ਗ੍ਰਹਿ ਵਿੱਚ ਆਇਆ ਹੈ। ਮੋਹਨ ਅਪਰ ਬੋਹਰੀ ਜੋਈ, ਸੈਤ ਕੁਟੰਬ ਕੁਸ਼ਲ ਹੈ ਦੋਈ। ਕਹਿਣ ਲੱਗੇ ਦੱਸੋ ਬਾਬਾ ਮੋਹਨ ਜੀ, ਬਾਬਾ ਮੋਰ ਜੀ, ਉਹਨਾਂ ਦਾ ਪਰਿਵਾਰ ਸਾਰਾ ਠੀਕ ਠਾਕ ਹੈ? ਪਹਿਲਾ ਸਵਾਲ। ਕਹਿੰਦੇ ਉਹ ਸਭ ਘਰੇ ਠੀਕ ਨੇ, ਜੀ ਆਇਆਂ ਨੂੰ, ਤੁਸੀਂ ਸਾਡੇ ਕੋਲ ਆਏ ਹੋ। ਤੁਮ ਚਿਰ ਮੈਂ ਚੱਲ ਕਰੇ ਤੇ ਆਏ, ਸੁਧ ਨੇ ਲਈ ਨਾ ਆਪਨ ਸੁਨਾਏ। ਕਹਿਣ ਲੱਗੇ ਬੜਾ ਚਿਰ ਹੋਇਆ ਤੁਸੀਂ ਸਾਡੇ ਕੋਲ ਆਏ ਨਹੀਂ, ਤੇ ਕਾਫੀ ਸਮਾਂ ਬਤੀਤ ਹੋ ਗਿਆ, ਨਾ ਤੁਸੀਂ ਆਪਣੀ ਕਦੇ ਸੁਖ ਸਾਂਦ ਸਾਨੂੰ ਭੇਜੀ ਤੇ ਨਾ ਹੀ ਕਦੇ ਸਾਡੀ ਪੁੱਛੀ ਹੈ। ਸ੍ਰੀ ਅਰਜਨ ਪਿਤ ਬੈਕੁੰਠ ਨਿਵਾਸੇ, ਤਬ ਕੇ ਹਮ ਇਸ ਪੁਰੀ ਨਿਵਾਸੇ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਪੁਰੀ ਨਿਵਾਸ ਕਰ ਗਏ। ਕਹਿਣ ਲੱਗੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ ਅਸੀਂ ਇਸ ਨਗਰ ਦੇ ਵਿੱਚ ਰੁਕੇ ਹਾਂ। ਨਿਤਾ ਪ੍ਰਤੀ ਮਿਲ ਭੋਜਨ ਕੇਰਾ, ਹੋਤੇ ਆਨੰਦ ਸਦੀਵ ਬਡੇਰਾ। ਕਹਿੰਦੇ ਜਿਸ ਤਰ੍ਹਾਂ ਪ੍ਰਮਾਤਮਾ ਦੇ ਰਿਹਾ ਆ, ਅਕਾਲ ਪੁਰਖ ਦੇ ਰਿਹਾ, ਜੋ ਕੁਝ ਵੀ ਦੇ ਰਿਹਾ ਆ, ਬੜਾ ਵੱਡਾ ਆਨੰਦ ਹੈ, ਬੜਾ ਵੱਡਾ ਖੇੜਾ ਆ, ਤੇ ਪ੍ਰਮਾਤਮਾ ਨੇ ਸਾਨੂੰ ਹਮੇਸ਼ਾ ਵੱਧ ਕੇ ਦਿੱਤਾ ਆ, ਘਟ ਨਹੀਂ ਦਿੱਤਾ। ਅਬ ਕਬ ਦਿਨ ਕੀ ਸੁਧ ਹੋਏ, ਈਸ਼ਰ ਰਚੀ ਹੋਤ ਹੈ ਸੋਏ। ਕਹਿਣ ਲੱਗੇ ਜਿੱਦਾਂ ਕਿਦਾਂ ਵੀ ਹੋ ਰਿਹਾ ਆ, ਜਿਸ ਤਰੀਕੇ ਨਾਲ ਵੀ ਦਿਨ ਬਤੀਤ ਹੋ ਰਹੇ, ਪਰਮਾਤਮਾ ਦੇ ਹੁਕਮ ਵਿੱਚ ਨੇ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਜੋ ਕਰ ਰਿਹਾ ਆ ਪਿਆਰਾ ਸੋਹਣਾ ਕਰ ਰਿਹਾ ਆ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਕਹਿੰਦੇ ਪਿਆਰਾ ਕਰ ਰਿਹਾ ਆ, ਫਿਰ ਪਿਆਰੇ ਦਾ ਕੀਤਾ ਤੇ ਮਾੜਾ ਨਹੀਂ ਨਾ ਹੋ ਸਕਦਾ, ਪਿਆਰਾ ਤੇ ਸੋਹਣਾ ਹੀ ਕਰੇਗਾ। ਤੇ ਉਹਨੇ ਜੋ ਕੀਤਾ ਸੋਹਣਾ ਕੀਤਾ। ਉਹਨਾਂ ਨੂੰ ਪਤਾ ਉਹ ਕਿਦਾਂ ਇਸ ਘਰ ਨੂੰ ਚਲਾ ਰਹੇ, ਇਸ ਗੁਰੂ ਘਰ ਦਾ ਪ੍ਰਬੰਧ ਕਰ ਰਹੇ। ਕਹਿੰਦੇ ਜੋ ਮਹਾਰਾਜ ਨੇ ਦਿੱਤਾ ਬਹੁਤ ਵੱਧ ਕੇ ਦਿੱਤਾ, ਥੋੜਾ ਨਹੀਂਗਾ। ਚਣਿਆਂ ਦੀ ਰੋਟੀ ਉਸ ਜ਼ਮਾਨੇ 'ਚ ਖਾਣੀ ਔਖੀ ਸੀ, ਅੱਜ ਵੀ ਔਖੀ ਹੈ, ਪਰ ਕਹਿੰਦੇ ਨਹੀਂ, ਜੋ ਹੈ ਸੋਹਣਾ ਹੈ, ਬਹੁਤ ਵੱਧ ਕੇ ਮਹਾਰਾਜ ਪਾਤਸ਼ਾਹ ਜੀ ਨੇ ਦਿੱਤਾ ਆ। ਜੋ ਪਰਮਾਤਮਾ ਕਰ ਰਿਹਾ ਉਹੀ ਹੋ ਰਿਹਾ ਆ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ। ਜਿਹਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਉਸ ਪਰਮਾਤਮਾ ਦਾ ਸਿਰਜਿਆ ਹੋਇਆ ਹੀ ਇਸ ਕਾਇਨਾਤ ਵਿੱਚ ਵਰਤ ਰਿਹਾ ਆ, ਨਹੀਂ ਤੇ ਉਹਦੇ ਹੁਕਮ ਤੋਂ ਬਾਹਰ ਤੇ ਇਸ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਚੱਲਦਾ ਪਿਆ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਕਹਿੰਦੇ ਉਹਨਾਂ ਤੋਂ ਬਾਹਰ ਕਿੱਦਾਂ ਹੋ ਸਕਦਾ। ਇਸ ਤਰੀਕੇ ਦੇ ਨਾਲ ਬੀਬੀ ਭਾਨੀ ਜੀ ਜ਼ਿਕਰ ਕਰਦੇ, ਸੁਨ ਕੇ ਕੁਸ਼ਲ ਕਹੀ ਗੁਰਦਾਸ, ਸਭ ਆਨੰਦ ਜੁਤੇ ਆਪਣੇ ਆਵਾਸ। ਮਾਤਾ ਜੀ ਨੇ ਪਹਿਲੇ ਸਾਰਾ ਜ਼ਿਕਰ ਕਰਕੇ ਰੱਖ ਦਿੱਤਾ। ਉਹ ਫਿਰ ਅੱਗੋਂ ਆਪਣੇ ਵੱਲੋਂ ਦੱਸਦੇ, ਕਹਿੰਦੇ ਜੀ ਸਾਰੇ ਠੀਕ ਨੇ, ਘਰ ਪਰਿਵਾਰ ਦੇ ਵਿੱਚ ਬੜਾ ਸੋਹਣਾ ਚੱਲ ਰਿਹਾ ਹੈ। ਮੋਹ ਮਿਲੇ ਕੋ ਭਾਚਿਰ ਕਾਲ, ਸ੍ਰੀ ਗੁਰ ਪੀਛੇ ਜਿਮ ਅਹਵਾਲ। ਕਹਿੰਦੇ ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਸੀ, ਉਸ ਹੁਕਮ ਦੇ ਵਿੱਚ ਵਰਤਦਿਆਂ ਅਸੀਂ ਬਹੁਤ ਲੰਮੇ ਸਮੇਂ ਬਾਅਦ ਆਏ ਹਾਂ। ਹੇਰਨ ਹੈ ਤੇ ਆਵਨੋ ਭਇਓ, ਮਿਲਿਓ ਆਏ ਕਰ ਗੁਰ ਬਸਮਿਓ। ਕਹਿਣ ਲੱਗੇ ਸਤਿਗੁਰੂ ਜੀ ਦੇ ਦਿਦਾਰੇ ਕਰਨ ਵਾਸਤੇ ਪ੍ਰੇਮ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਨਿਹਾਲ ਹੋਏ ਹਾਂ। ਭੱਲਿਆਨ ਕੀ ਕੁਲ ਮੈਂ ਉਪਜਾਈ, ਜਾਦੇ ਹਮਰੀ ਭਗਨ ਲਗਾਈ। ਕਹਿਣ ਲੱਗੇ ਅਸੀਂ ਭੱਲਿਆਂ ਦੇ ਪਰਿਵਾਰ ਵਿੱਚ ਪੈਦਾ ਹੋਏ ਆ। ਇਹਦਾ ਮਤਲਬ ਇਹ ਨਹੀਂਗਾ ਕਿ ਉਹ ਜਾਤ ਬਰਾਦਰੀ ਕਰਕੇ ਨੇੜਤਾ ਦਰਸਾ ਰਹੇ, ਨਹੀਂ। ਵੱਡੀ ਗੱਲ ਇਹ ਹੈ ਕਿ ਗੁਰੂ ਘਰ ਦੇ ਆਗਿਆਕਾਰੀ ਨੇ, ਗੁਰੂ ਘਰ ਨੂੰ ਸਮਰਪਿਤ ਨੇ, ਤੇ ਗੁਰੂ ਦਰ ਨੂੰ ਸਮਝਦੇ ਨੇ, ਗੁਰੂ ਰਹਿਮਤ ਬਖਸ਼ਿਸ਼ ਨੂੰ ਸਮਝਦੇ ਨੇ। ਉਹ ਕਹਿੰਦੇ ਤੁਸੀਂ ਸਾਡੇ ਰਿਸ਼ਤੇਦਾਰੀ ਦੇ ਵਿੱਚ ਭੈਣ ਲੱਗਦੇ ਹੋ। ਸ੍ਰੀ ਗੁਰੂ ਰਾਮਦਾਸ ਸੰਗ ਨਾਤਾ, ਵਿਆਹੀ ਹੋਤੇ ਹੋਈ ਜਗ ਮਾਤਾ। ਕਹਿੰਦੇ ਤੁਹਾਡਾ ਜਿਹੜਾ ਸ਼ੁਭ ਵਿਆਹ ਆ ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਲ ਹੋਇਆ। ਕਹਿੰਦੇ ਤੁਹਾਡੇ ਬਹੁਤ ਵੱਡੇ ਭਾਗ ਸਨ।
ਬਹੁਤ ਵੱਡੇ ਭਾਗ ਸਨ। ਸਿਰਫ ਉਹਨਾਂ ਦੇ ਨਾਲ ਤੁਹਾਡਾ ਵਿਵਾਹ ਹੋਣ ਦੇ ਕਾਰਨ ਕਹਿੰਦੇ ਤੁਸੀਂ ਇਸ ਸੰਸਾਰ ਦੀ ਜਗਤ ਮਾਤਾ ਬਣੇ ਹੋ, ਇਸ ਕਾਇਨਾਤ ਦੀ ਜਗਤ ਮਾਤਾ ਕਹਾਏ ਹੋ। ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਮਾਨਨੀਏ ਹਮਕੋ ਸਭ ਭਾਂਤੀ, ਬੜ ਭਾਗਨ ਜਗ ਮੈਂ ਬਖਿਆਤੀ। ਕਹਿਣ ਲੱਗੇ ਤੁਹਾਡੇ ਕਰਕੇ ਫਿਰ ਸਾਡੇ ਵੀ ਵੱਡੇ ਭਾਗ ਨੇ, ਅਸੀਂ ਤੁਹਾਡੇ ਨਾਲ ਜੁੜੇ ਆ ਤੇ ਸਾਡਾ ਤੁਹਾਡੇ ਨਾਲ ਦੂਰਾ ਤੀਰਾ ਜੁੜਿਆ ਹੋਇਆ ਆ। ਇੱਕ ਪਾਸੇ ਅਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਿਆ ਜੀ, ਫਿਰ ਸਾਡੀ ਭੈਣ ਤੁਸੀਂ ਹੋ, ਫਿਰ ਸਾਡੇ ਜਵਾਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ, ਤੇ ਅੱਗੇ ਸਾਡਾ ਦੋਤਾ ਗੁਰੂ ਅਰਜਨ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਹੈ। ਕਹਿੰਦੇ ਸਾਡੇ ਤੁਹਾਡੇ ਨਾਲ ਕਈ ਤਰੀਕਿਆਂ ਨਾਲ ਸਾਕ ਨੇ ਤੇ ਸਾਡੇ ਬਹੁਤ ਵੱਡੇ ਭਾਗ ਨੇ ਕਿ ਅਸੀਂ ਇਸ ਭੱਲਿਆਂ ਦੀ ਕੁੱਲ ਵਿੱਚ ਪੈਦਾ ਹੋਏ। ਇਹੀ ਸਾਡੇ ਵੱਡੇ ਭਾਗ ਨੇ ਕਿ ਸਾਡੀ ਤੁਹਾਡੇ ਨਾਲ ਨੇੜਤਾ ਹੈ, ਸਾਡਾ ਤੁਹਾਡੇ ਨਾਲ ਨਾਤਾ ਹੈ। ਕਹਿਣ ਲੱਗੇ ਅਸੀਂ ਤੁਹਾਡੇ ਕੋਲ ਪ੍ਰੇਮ ਧਾਰਨ ਕਰਕੇ ਆਏ ਸਾਂ। ਆ ਹੁਣ ਚਾਰੀ ਮੈਂ ਚੱਲ ਆਇਓ, ਜਣਕ ਰੋਟੀਕਾ ਭੋਜਨ ਖਵਾਇਓ। ਕਹਿੰਦੇ ਮੈਂ ਤੇ ਬੜੇ ਅਦਬ ਨਾਲ ਆਇਆ ਸਾਂ, ਮੈਨੂੰ ਇਹ ਤੇ ਵੀ ਲੰਮੇ ਸਮੇਂ ਬਾਅਦ ਆਇਆ, ਬੜਾ ਅਦਬ ਹੋਏਗਾ, ਸਤਿਕਾਰ ਹੋਏਗਾ, ਪਰ ਭਾਣਾ ਕੀ ਵਰਤਿਆ। ਮੈਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਨਿਆਂ ਦੇ ਪ੍ਰਸ਼ਾਦੇ ਛਕਾਏ। ਤੁਮਰੇ ਘਰ ਮੈਂ ਬੜ ਬੜਿਆਈ, ਗਾਦੀ ਮਿਲੀ ਜਗਤ ਗੁਰਿਆਈ। ਕਹਿਣ ਲੱਗੇ ਗੁਰਤਾ ਗੱਦੀ ਤੁਹਾਡੇ ਘਰ ਵਿੱਚ ਰਹੀ, ਇਸ ਤੋਂ ਉੱਪਰ ਤੇ ਕੋਈ ਵਡਿਆਈ ਨਹੀਂ ਹੋ ਸਕਦੀ। ਤੇ ਇਹ ਘਰ ਬਹੁਤ ਵੱਡਾ ਆ, ਇੱਥੇ ਕਾਇਨਾਤ ਨੂੰ ਸੁੱਖ ਮਿਲਦਾ ਆ, ਹਰ ਕਿਸੇ ਦੇ ਅੰਦਰ ਦੇ ਖਿਆਲਾਤ ਮਹਾਰਾਜ ਪੂਰੇ ਕਰਦੇ। ਹਲਤ ਸੁੱਖ ਪਲਤ ਸੁੱਖ ਵਰਤਾਉਣ ਵਾਲੇ ਪਾਤਸ਼ਾਹ ਵਰਤਦੇ ਪਏ ਨੇ। ਤੇ ਕਹਿਣ ਲੱਗੇ ਕਾਰਨ ਕੀ ਹੈ ਕਿ ਜਦੋਂ ਅਸੀਂ ਆਏ ਤੇ ਸਾਨੂੰ ਇਹ ਚਨਿਆਂ ਦੇ ਪ੍ਰਸ਼ਾਦੇ ਕਿਉਂ ਛਕਾਏ ਗਏ। ਤਉ ਨ ਬਨੇ ਆਹਾਰ ਚੰਗੇਰਾ, ਕਾ ਹਾਲ ਹੋਇਓ ਘਰ ਕੇਰਾ। ਕਹਿੰਦੇ ਕੀ ਕਾਰਨ ਹੈ ਕਿ ਇੱਥੇ ਲੰਗਰ ਨਹੀਂ ਸੋਹਣਾ ਬਣਦਾ ਪਿਆ। ਕਹਿੰਦੇ ਜੇ ਸਾਨੂੰ ਚਨਿਆਂ ਦੇ ਪ੍ਰਸ਼ਾਦੇ ਦਿੱਤੇ ਵੀ ਗਏ, ਨਾ ਨਾਲ ਦਹੀਂ, ਨਾ ਘਿਓ, ਨਾ ਉਹ ਸਾਦੇ ਸਨ, ਨਾ ਉਹਨਾਂ ਦੇ ਵਿੱਚ ਕੋਈ ਹੋਰ ਆਟਾ ਮਿਕਸ ਕੀਤਾ ਗਿਆ। ਕਹਿਣ ਲੱਗੇ ਅਸੀਂ ਜਦੋਂ ਛਕਿਆ ਸੀ ਹੈਰਾਨ ਸਾਂ। ਸਾਡੀ ਹੀ ਗੱਲ ਨਹੀਂ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਉਹ ਛਕਦੇ ਪਏ ਨੇ। ਕਹਿੰਦੇ ਘਰ ਐਡਾ ਵੱਡਾ ਆ, ਪਰ ਪਦਾਰਥਾਂ ਦੀ ਕਮੀ ਕਿੱਥੇ ਹੈ, ਕਿੱਥੇ ਘਾਟ ਰਹਿ ਗਈ। ਜੈ ਭੋਜਨ ਕੀ ਚਿੰਤਾ ਰਹਿ, ਧਨ ਸੰਗ੍ਰਹਿ ਕੋ ਕਿਸ ਬਿਦਲ ਹੈ। ਕਹਿਣ ਲੱਗੇ ਦੱਸੋ ਤੇ ਸਹੀ ਕਿ ਭੋਜਨ ਦੀ ਚਿੰਤਾ ਵੀ ਪੈ ਗਈ। ਜਿੰਨਾ ਧਨ ਆਉਂਦਾ ਆ, ਜਿੱਥੋਂ ਕਿਤੋਂ ਆਉਂਦਾ ਆ, ਉਹ ਕਿੱਥੇ ਹੈ। ਕਿਆ ਕਾਰਨ ਇਸ ਵਿਖੇ ਬਤਾਵੋ, ਦਾਰਦ ਮੈਦ ਕਸ਼ਟ ਕੋ ਪਾਵੋ। ਕਹਿਣ ਲੱਗੇ ਕੀ ਕਾਰਨ ਹੈ, ਮੈਨੂੰ ਤੁਸੀਂ ਸਾਰਾ ਖੋਲ ਕੇ ਦੱਸੋ। ਅਜਿਹੇ ਕੀ ਹਾਲਾਤ ਬਣ ਗਏ ਗੁਰੂ ਘਰ ਦੇ ਕਿ ਆਪਾਂ ਨੂੰ ਰੁੱਖੀਆਂ ਰੋਟੀਆਂ ਖਾਣੀਆਂ ਪੈ ਰਹੀਆਂ ਹਨ। ਆਵਤ ਸੰਗਤ ਜਗਤ ਮਝਾਰੀ, ਚਾਰੋ ਦਿਸ਼ ਮੈਂ ਬੜੀ ਤੁਮਾਰੀ। ਕਹਿਣ ਲੱਗੇ ਦੂਰ ਦਰੇਡਿਆਂ ਤੋਂ ਸੰਗਤ ਆਉਂਦੀ, ਬੜੇ ਦੂਰੋਂ ਦੂਰੋਂ ਸਿੱਖ ਨੇ ਮਹਾਰਾਜ ਜੀ ਦੇ, ਮਹਾਰਾਜ ਨੂੰ ਪਿਆਰ ਕਰਨ ਵਾਲੇ ਦੂਰੋਂ ਦੂਰੋਂ ਸੰਗਤ ਆਵੇ ਦਰਸ਼ਨਾਂ ਵਾਸਤੇ। ਸਾਰੀ ਕਾਇਨਾਤ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ, ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਪਸਰੀ ਹੈ। ਦੇਖ ਕੀ ਆਮਦਨੀ ਕਿਤ ਜਾਤ, ਸੰਗ੍ਰਹਿ ਕਰੋ ਕਿਨੈ ਤੁਮ ਖਾਤ। ਕਹਿਣ ਲੱਗੇ ਉਹ ਜਿਹੜਾ ਚੜਾਵਾ ਚੜਾਉਂਦੇ ਨੇ ਉਹ ਕਿੱਥੇ ਹੈ, ਉਸ ਚੜਾਵੇ ਨੂੰ ਕਿੱਥੇ ਵਰਤਦੇ ਹੋ, ਇਹਦੇ ਬਾਰੇ ਵੀ ਤੁਸੀਂ ਚਾਨਣਾ ਪਾਓ। ਤਉ ਬਰਾਹੁਨ ਚਾਰੀ ਆਏ, ਤਿਸ ਕੋ ਤੋ ਕੇ ਦੇਨੀ ਕੇ ਖਵਾਏ। ਕਹਿਣ ਲੱਗੇ ਤੁਹਾਡੇ ਕੋਲ ਕੋਈ ਅਦਬ ਨਾਲ ਆਉਂਦਾ ਆ, ਉਹ ਤੁਹਾਡੇ ਤੇ ਭਾਵਨਾ ਰੱਖ ਕੇ ਇਸ ਘਰ ਵਿੱਚ ਆਉਂਦਾ ਆ, ਤੇ ਤੁਸੀਂ ਉਹਨਾਂ ਦੇ ਅੱਗੇ ਰੁੱਖੀਆਂ ਰੋਟੀਆਂ ਪਰੋਸ ਦਿੰਦੇ ਹੋ। ਅਜਿਹਾ ਕਿਸ ਤਰੀਕੇ ਨਾਲ ਜਿਹੜਾ ਚੜਾਵਾ ਆਉਂਦਾ ਆ, ਮਾਇਆ ਆਉਂਦੀ ਆ। ਮੈਂ ਇੱਕੋ ਉਦਾਹਰਨ ਦੇ ਦਿੰਦਾ ਆ। ਸਿੱਖ ਹਿਸਟਰੀ ਵਿੱਚ ਜ਼ਿਕਰ ਆਉਂਦਾ ਆ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੰਨਾ ਕੁ ਚੜਾਵਾ ਚੜ੍ਹਦਾ ਸੀ ਕਿ ਟੋਕਰਿਆਂ ਦੇ ਨਾਲ ਪਾਸੇ ਕਰਨਾ ਪੈਂਦਾ ਹੁੰਦਾ ਸੀ। ਇੱਕ ਵਾਰੀ ਮਹਾਰਾਜ ਜੀ ਦੇ ਸੁਪੁੱਤਰ ਨੇ ਕਿਹਾ, ਕਹਿਣ ਲੱਗੇ ਤੁਸੀਂ ਸਾਨੂੰ ਮਾਇਆ ਦੀ ਜ਼ਿੰਮੇਵਾਰੀ ਦਿਓ। ਮਹਾਰਾਜ ਜੀ ਕਹਿੰਦੇ ਜਾਓ ਸਾਰੀ ਦਿਨ ਗਿਣ ਲਓ ਜਿੰਨੇ ਹੁੰਦੇ ਨੇ। ਉਹ 6-7 ਦਿਨ ਗੁਰੂ ਘਰ ਹੀ ਨਹੀਂ ਆਏ। ਮਹਾਰਾਜ ਜੀ ਨੇ ਪੁੱਛਿਆ, ਕਹਿੰਦੇ ਪੁੱਤਰ ਜੀ ਆਏ ਨਹੀਂ। ਕਹਿੰਦੇ ਮਹਾਰਾਜ ਧਨ ਗਿਣਦੇ ਹੀ ਇੰਨਾ ਟਾਈਮ ਲੱਗ ਗਿਆ। ਸਾਹਿਬ ਜੀ ਕਹਿੰਦੇ ਹੋ ਠੀਕ ਹੋ ਫਿਰ। ਕਹਿੰਦੇ ਨਹੀਂ ਜੀ ਆਹ ਕੰਮ ਨਹੀਂ ਕਰਨਾ, ਕੋਈ ਹੋਰ ਸੇਵਾ ਦਿਓ। ਮਹਾਰਾਜ ਕਹਿੰਦੇ ਤੁਹਾਨੂੰ ਪਹਿਲਾਂ ਕਿਹਾ ਸੀ ਇੱਧਰਲੇ ਪਾਸੇ ਨਹੀਂ ਜਾਈਦਾ ਹੁੰਦਾ। ਤੇ ਮਾਇਆ ਹੁਣ ਤੇ ਕੁਛ ਵੀ ਨਹੀਂ ਗਾ। ਹੁਣ ਤੇ ਆਪਣੇ ਲੁਧਿਆਣੇ 'ਚ 850 ਗੁਰਦੁਆਰਾ ਆਇਆ। ਉਦੋਂ ਤੇ ਸਿਰਫ ਕੱਲਾ ਗੁਰੂ ਰਾਮਦਾਸ ਮਹਾਰਾਜ ਦਾ ਘਰ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਹੁੰਦੇ ਸਨ ਸਿੱਖ ਉੱਥੇ ਹੀ ਜਾਂਦੇ ਸਨ ਬਸ। ਤੇ ਫਿਰ
ਕਿੰਨੀ ਕਾਇਨਾਤ ਮਹਾਰਾਜ ਦੇ ਨਾਲ ਜੁੜੀ ਸੀ। ਉਹ ਤਾਂ ਲੋਕ ਚੜਾਉਂਦੇ ਵੀ ਸੋਨਾ ਚਾਂਦੀ ਹੀਰੇ ਜਵਾਹਰਾਤ ਸਨ, ਕੋਈ ਆ ਕਾਗਜ਼ ਦੇ ਨੋਟ ਤੇ ਉਦੋਂ ਹੁੰਦੇ ਹੀ ਨਹੀਂ ਸੀਗੇ। ਉਹ ਪੁੱਛਦੇ ਨੇ, ਕਹਿੰਦੇ ਮਹਾਰਾਜ ਜੀ ਇਹ ਕੀ ਕਲਾ ਵਰਤੀ ਹੈ, ਕੀ ਖੇਡ ਵਰਤੀ ਹੈ, ਰਮਜ ਕੀ ਹੈ ਵਿੱਚੋਂ। ਤੇ ਇਹ ਬਹੁਤ ਵੱਡੀ ਗੁੱਜੀ ਰਮਜ ਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੁਹਾਡੇ ਤੇ ਕਿਰਪਾ ਕਰਨ, ਤਰਸ ਕਰਨ, ਅਸੀਂ ਇਹ ਗੁਰੂ ਘਰ ਦੀਆਂ ਬਰੀਕੀਆਂ ਨੂੰ ਸਮਝ ਸਕੀਏ। ਅਸੀਂ ਕਵੀ ਜੀ ਨੇ ਇਹ ਘਟਨਾ ਬਹੁਤ ਗੰਭੀਰ ਆ, ਵੇਖਣ ਨੂੰ ਭਾਵੇਂ ਤੁਹਾਨੂੰ ਸਾਦੀ ਜੀ ਲੱਗੇ ਵੀ ਇਹ ਕਿਸ ਤਰ੍ਹਾਂ ਦਾ ਜ਼ਿਕਰ ਕੀਤਾ, ਪਰ ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ। ਜਦੋਂ ਸਮਾਜ ਕਿਸੇ ਸੱਚਿਆਰ ਦੇ ਖਿਲਾਫ ਉੱਠਦਾ ਆ, ਫਿਰ ਕਿੱਦਾਂ ਦਾ ਵਰਤਾਓ ਕਰਦਾ ਆ। ਅੱਜ ਇਸ ਸੰਸਾਰ ਦੇ ਵਿੱਚ ਮਾੜੇ ਬੰਦਿਆਂ ਦਾ ਜੀਣਾ ਔਖਾ ਨਹੀਂ ਗਾ, ਚੰਗੇ ਬੰਦਿਆਂ ਦਾ ਜੀਣਾ ਔਖਾ ਆ। ਇੱਕ ਮਾੜੇ ਬੰਦੇ ਨੂੰ ਨੌਕਰੀ ਕਰਨੀ ਕੋਈ ਦਿੱਕਤ ਨਹੀਂ, ਦਿੱਕਤ ਹੈ ਚੰਗੇ ਬੰਦੇ ਨੂੰ ਨੌਕਰੀ ਕਰਨੀ। ਉਹਨੂੰ ਬਹੁਤ ਸਾਰੇ ਪਰੇਸ਼ਾਨ ਕਰਦੇ ਨੇ, ਜੋ ਉਹਨਾਂ ਵਿੱਚ ਆਪਾਂ ਭੀੜ 'ਚ ਨਹੀਂ ਰਲਦੇ, ਭੀੜ ਪਰੇਸ਼ਾਨ ਕਰਦੀ ਮਹਾਰਾਜ। ਤੇ ਸਤਿਗੁਰੂ ਕਿਰਪਾ ਕਰਨ, ਕੋਈ ਵਿਰਲਾ ਟਾਵਾਂ ਹੁੰਦਾ ਫਿਰ ਜਿਹੜਾ ਇਸ ਭੀੜ ਦੇ ਖਿਲਾਫ ਚੱਲ ਪੈਂਦਾ, ਨਹੀਂ ਤੇ ਸਾਰੇ ਕਹਿੰਦੇ ਵੀ ਵਗਦੀ ਗੰਗਾ 'ਚ ਹੱਥ ਧੋਵੋ, ਨਹਾਓ, ਇਸ਼ਨਾਨ ਕਰੋ। ਸਾਰੇ ਲੋਕ ਫਿਰ ਪਖੰਡ ਵੱਲ ਜ਼ਿਆਦਾ ਝੁਕਾਓ ਕਰਦੇ ਨੇ, ਸੱਚਿਆਰ ਬਣਨ ਵੱਲ ਨਹੀਂ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰ। ਆਪ ਸਿੱਖ ਸੰਗਤਾਂ ਦਾ ਜੀ ਆਇਆਂ ਨੂੰ ਧੰਨਵਾਦ। ਆਪ ਜੀ ਨੇ ਤਰਸ ਕੀਤਾ, ਅਸੀਸਾਂ ਦੇਣ ਵਾਸਤੇ ਮਹਾਰਾਜ ਜੀ ਦੇ ਦਰ ਤੇ ਸਾਨੂੰ ਮੇਰੇ ਵਰਗੇ ਗਰੀਬੜਿਆਂ ਨੂੰ ਆਪ ਪਿਆਰ ਕਰਨ ਵਾਸਤੇ ਆਏ। ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਅਸੀਸਾਂ ਬਖਸ਼ਣੀਆਂ। ਮਹਾਰਾਜ ਆਪਣੇ ਦਰ ਕਰਦਾ ਪਿਆਰ ਬਖਸ਼ਿਸ਼ ਕਰਕੇ ਨਵਾਜਨ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।